ਦੇ ਵਿੱਚ ਰਾਈਟ ਕੌਣ ਕਰਾਉਂਦਾ? ਉਹ ਬੀਜੇਪੀ ਦੇ ਆਗੂ ਕਰਾਉਂਦੇ ਨੇ ਜਿਹੜੇ ਗੋਲੀ ਮਾਰਨ ਦੀ ਗੱਲ ਕਰਦੇ ਨੇ। ਬੰਦਿਆਂ ਦੇ ਵਿੱਚ ਜਿਹੜੇ ਬੰਦੇ ਲੜਾਈ ਲੜ ਰਹੇ ਨੇ ਉੱਥੇ ਕੱਲਾ ਆਗੂ ਨਹੀਂ, ਜੋ ਵੀ ਲੋਕ ਉੱਥੇ ਗਏ ਉਹਨਾਂ ਨੇ ਬਹੁਤ ਉੱਚੀਆਂ ਅਖਲਾਕੀ ਕਦਰਾਂ ਵੀ ਸਿਰਜੀਆਂ ਨੇ ਔਰ ਇਹਦੇ ਕਰਕੇ ਇਹ ਅੰਦੋਲਨ ਦੁਨੀਆ ਭਰ ਦੇ ਵਿੱਚ ਸਤਿਕਾਰਿਆ ਗਿਆ, ਦੁਨੀਆ ਭਰ ਵਿੱਚ ਖਿੱਚ ਦਾ ਕੇਂਦਰ ਰਿਹਾ ਤੇ ਦੇਸ਼ ਦੇ ਵਿੱਚ ਵੀ ਖਿੱਚ ਦਾ ਕੇਂਦਰ ਰਿਹਾ। ਇਸ ਕਰਕੇ ਨਹੀਂ ਵਾਪਸ ਲਿਆ ਜਾ ਰਿਹਾ ਕਾਨੂੰਨ, ਇਸ ਕਰਕੇ ਉਹਨੂੰ ਸਿਰਫ ਰੋਕਣ ਤੱਕ ਸੀਮਤ ਹੋਇਆ ਜਾ ਰਿਹਾ। ਤੁਹਾਡੀ ਪੁਲਿਸ ਕਿੱਥੇ ਸੀ, ਉੱਥੇ ਤੱਕ ਜਾਣ ਕਿਵੇਂ ਦਿੱਤਾ? ਕੱਲ੍ਹ ਨੂੰ ਕੋਈ ਵੀ ਲਾਲ ਕਿਲ੍ਹਾ ਢਾਹ ਦੂਗਾ ਤੁਹਾਡਾ ਆ ਕੇ, ਕਿਤੋਂ ਵੀ ਜਾ ਕੇ ਫਿਰ ਕੀ ਕਰੋਗੇ? ਏਜੰਡਾ ਬਦਲਣ ਦੀ ਪਹਿਲੀਆਂ ਮੀਟਿੰਗਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਹੈ, ਪਰ ਸਿਆਸਤ ਦੀ ਵੀ ਲੜਾਈ ਸੀ ਕਿ ਤੁਸੀਂ ਸਟੇਟਾਂ ਦਾ ਗਲ ਘੁੱਟ ਰਹੇ ਹੋ ਤੇ ਤੁਸੀਂ ਕਾਰਪੋਰੇਟ ਨੂੰ ਸਾਰਾ ਕੁਝ ਸੰਭਾਲ ਰਹੇ ਹੋ। ਹੁਣ ਇੱਕ ਨਵੀਂ ਗਲਤੀ ਕਰ ਰਹੀ ਹੈ ਕਿ ਉਹਨਾਂ ਹੀ ਲੋਕਾਂ ਦੇ ਆਗੂਆਂ ਤੇ ਤੁਸੀਂ ਪਰਚੇ ਦਰਜ ਕਰ ਦਿਓ ਜਿਨ੍ਹਾਂ ਦਾ ਉਹਦੇ 'ਚ ਰੱਤੀ ਵੀ ਭਰ ਵੀ ਰੋਲ ਨਹੀਂ ਹੈ। ਨਾ ਤਾਂ ਅੰਦੋਲਨ ਨਿਤ ਦਿਨ ਇਤਿਹਾਸਕ ਬਣਦੇ ਨੇ, ਨਾ ਨਿਤ ਦਿਨ ਇਤਿਹਾਸ ਦੁਹਰਾਏ ਜਾਂਦੇ ਨੇ, ਪਰ ਇਸ ਸਭ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਵਾਪਰ ਵੀ ਜਾਂਦਾ ਆ ਜਿਹੜਾ ਕਈ ਵਾਰੀ ਥੋੜ੍ਹਾ ਜਿਹਾ ਨਮੋਸ਼ ਕਰਦਾ ਆ, ਥੋੜ੍ਹਾ ਜਿਹਾ ਤੁਹਾਡੀ ਚਿੰਤਾ ਨੂੰ ਵਧਾਉਂਦਾ ਆ। ਮੈਂ ਅੰਦੋਲਨ, ਇਤਿਹਾਸ ਤੇ ਚਿੰਤਾ ਦੀ ਗੱਲ ਇਸ ਕਰਕੇ ਕਰ ਰਿਹਾ ਹਾਂ ਕਿ ਦਿੱਲੀ ਦੀ ਸਰਹੱਦ ਦੇ ਉੱਤੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਲੋਕਾਂ ਦਾ ਇਹ ਇਕੱਠ, ਇਹ ਜਜ਼ਬਾ ਇੱਕ ਇਤਿਹਾਸ ਸਿਰਜ ਰਿਹਾ। ਪਰ 26 ਜਨਵਰੀ ਗਣਤੰਤਰ ਦਿਵਸ ਮੌਕੇ ਜੋ ਕੁਝ ਹੋਇਆ ਵਾਪਰਿਆ ਉਹਨੇ ਚਿੰਤਾਵਾਂ ਵਧਾਈਆਂ ਨੇ। ਇਹ ਚਿੰਤਾਵਾਂ ਕਿੰਨੀਆਂ ਕੁ ਜਾਇਜ਼ ਨੇ, ਕਿੰਨਾ ਕੁ ਇਹਨਾਂ ਚਿੰਤਾਵਾਂ ਤੋਂ ਪਾਰ ਪਾਇਆ ਜਾ ਸਕਦਾ ਆ ਤੇ ਹੁਣ ਅੰਦੋਲਨ ਦਾ ਭਵਿੱਖ ਕੀ ਹੋ ਸਕਦਾ ਆ? ਜੇ ਕਿਤੇ ਕੋਈ ਥੋੜ੍ਹਾ ਬਹੁਤ ਨੁਕਸਾਨ ਹੋਇਆ ਤੇ ਉਸ ਨੁਕਸਾਨ ਦੀ ਭਰਪਾਈ ਕਿਵੇਂ ਹੋ ਸਕਦੀ ਆ? ਇਹ ਸਵਾਲ ਇਕੱਲੇ ਮੇਰੇ ਨਹੀਂ, ਹਰ ਉਸ ਵਿਅਕਤੀ ਦੇ ਜ਼ਿਹਨ ਦੇ ਵਿੱਚ ਘੁੰਮਦੇ ਪਏ ਆ ਜਿਹੜਾ ਇਸ ਅੰਦੋਲਨ ਦੀ ਸਫਲਤਾ ਲਈ ਅਰਦਾਸ ਕਰਦਾ ਸੀ, ਆਸ ਰੱਖਦਾ ਸੀ। ਉਹਨਾਂ ਸਵਾਲਾਂ ਦੇ ਨਾਲ ਹੀ ਇਸ ਵੇਲੇ ਅਸੀਂ ਮੁਖਾਤਿਬ ਹੋ ਰਹੇ ਹਾਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਰਾਂ ਦੇ ਨਾਲ। ਹਮੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਜੀ ਸ਼ੁਕਰੀਆ। ਹਮੀਰ ਸਿੰਘ ਜੀ, ਸਵਾਲ ਉਹੀ ਨੇ ਤੇ ਮੇਰਾ ਖਿਆਲ ਹੈ ਕਿ ਜਿਹੜੇ ਚਿੰਤਕ ਹੁੰਦੇ ਨੇ, ਜਿਹੜੇ ਚਿੰਤਾ ਕਰਨ ਵਾਲੇ ਹੁੰਦੇ ਆ, ਉਹ ਤਾਂ ਲੋਕ ਸੋਚਦੇ ਹੀ ਆ ਇਹਨਾਂ ਸਵਾਲਾਂ ਨੂੰ, ਉਹਨਾਂ ਦੇ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕਰਦੇ ਨੇ। ਪਰ ਇੱਕ ਆਮ ਸ਼ਖਸ ਜਿਹੜਾ ਹੁੰਦਾ ਨਾ, ਜਿਹੜਾ ਸਿੱਧਾ ਭਾਵਨਾਤਮਕ ਤੌਰ ਤੇ ਜੁੜਿਆ ਹੁੰਦਾ, ਕੋਈ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਉੱਥੇ ਧਰਨੇ 'ਚ ਪਹੁੰਚਿਆ ਹੋਇਆ ਸੀਗਾ, ਪੂਰਾ ਟੱਬਰ ਲੈ ਕੇ ਲੋਕ ਪਹੁੰਚੇ ਹੋਏ ਸੀਗੇ। ਇੱਥੇ ਬੈਠੇ ਲੋਕ ਕਹਿੰਦੇ ਸੀਗੇ ਕਿ ਸਾਡੇ ਪਰਿਵਾਰ ਦਾ ਜਿਹੜਾ ਜੀ ਗਿਆ ਉਹਨੂੰ ਫੋਨ ਕਰਕੇ ਕਹਿ ਦਿੱਤਾ ਜਾਂਦਾ ਸੀ ਵਾਪਸ ਉਦੋਂ ਆਉਣਾ ਜਦੋਂ ਜਿੱਤ ਗਿਆ ਤੁਸੀਂ, ਉੱਦਾਂ ਵਾਪਸ ਨਹੀਂ ਪਰਤਣਾ। ਇਹ ਭਾਵਨਾਤਮਕ ਤੌਰ ਤੇ ਜੁੜਾ ਸੀਗਾ ਉਸ ਅੰਦੋਲਨ ਦੇ ਨਾਲ। ਪਰ ਉਹ ਘਟਨਾ ਜੋ ਹੋਈ ਉਹਦੇ ਤੋਂ ਬਾਅਦ ਜਿੱਦਾਂ ਦੀਆਂ ਸਥਿਤੀਆਂ ਬਣੀਆਂ, ਉਹਦੇ ਤੋਂ ਬਾਅਦ ਚਿੰਤਾਵਾਂ ਨੇ ਪੈਦਾ ਹੋਣਾ ਸ਼ੁਰੂ ਕਰ ਦਿੱਤਾ। ਇਹਨਾਂ ਚਿੰਤਾਵਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਇਹਨਾਂ ਚਿੰਤਾਵਾਂ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ, ਦੂਰ ਕਿਵੇਂ ਹੋ ਸਕਦੀਆਂ? ਮੇਰਾ ਖਿਆਲ ਹੈ ਕਿ ਉਹਦੇ ਬਾਰੇ ਗੱਲ ਕਰਨੀ ਬਹੁਤ ਲਾਜ਼ਮੀ ਹੈ ਤਾਂ ਕਿ ਜਿਹੜੇ ਦੇਖਣ ਵਾਲੇ ਨੇ, ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕੇ ਸਵਾਲ ਹੈਗੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਜਵਾਬ ਸਪਸ਼ਟ ਤਰੀਕੇ ਨਾਲ ਜ਼ਰੂਰ ਮਿਲ ਜਾਵੇ। ਜਦੋਂ ਵੱਡੇ ਅੰਦੋਲਨ ਹੁੰਦੇ ਨੇ, ਅੰਦੋਲਨਾਂ ਦੇ ਦਾਇਰੇ ਬਹੁਤ ਵੱਧਦੇ ਨੇ, ਜਾਂ ਈਵਨ ਜੰਗਾਂ ਵੀ ਰਹੀਆਂ ਨੇ ਇਤਿਹਾਸ ਦੇ ਵਿੱਚ ਵੱਖ-ਵੱਖ ਟਾਈਪ ਦੀਆਂ, ਉਦੋਂ ਅੰਦੋਲਨਾਂ 'ਚ ਔਰ ਜੰਗਾਂ 'ਚ ਵੀ ਪਲੜਿਆਂ ਦੇ ਵਿੱਚ ਸਮਤੋਲ ਬਦਲਦਾ ਰਹਿੰਦਾ ਬਹੁਤ ਵਾਰ। ਕਦੇ ਕੋਈ ਉਹ ਉੱਪਰ ਹੋ ਗਿਆ, ਹਮੇਸ਼ਾ ਹੀ ਇੱਕੋ ਧਿਰ ਨਹੀਂ ਆ ਲਗਾਤਾਰ ਚੱਲਦੀ ਤੇ ਚੈਲੰਜ ਤੇ ਚੁਣੌਤੀਆਂ ਆਉਂਦੀਆਂ ਨੇ। ਇਸ ਅੰਦੋਲਨ ਦਾ ਵੀ ਜਿਹੜਾ ਸਭ ਤੋਂ ਖੂਬਸੂਰਤ ਪੱਖ ਸੀ, ਜਿਹੜੀ ਇਹਦੀ ਤਾਕਤ ਮੰਨੀ ਜਾਂਦੀ ਸੀ ਸਭ ਤੋਂ ਜ਼ਿਆਦਾ, ਉਹਦੇ 'ਚ 2 ਜਾਂ 3 ਐਸਪੈਕਟ ਸਭ ਤੋਂ ਮਹੱਤਵਪੂਰਨ ਸੀ। ਨੰਬਰ 1, ਇਹ ਅੰਦੋਲਨ ਸਭ ਕਿਸਮ ਦੀ ਵਿਚਾਰਧਾਰਾ ਨੂੰ ਸਮੇਟਦਾ ਹੋਇਆ ਇੱਕ ਗੁਲਦਸਤੇ ਦੀ ਤਰ੍ਹਾਂ ਸਭ ਨੂੰ ਮੌਕਾ ਵੀ ਦੇ ਰਿਹਾ ਹੈ ਔਰ ਆਪਣੀ ਗੱਲ ਕਹਿਣ ਦੀ ਵੀ ਗੱਲ ਕਰ ਰਿਹਾ। ਤੇ ਦੂਜੀ ਗੱਲ ਉਹਦੇ ਨਾਲ ਜੁੜੀ ਹੋਈ ਕਿ ਪੀਸਫੁਲ ਵੀ ਹੈ, ਇਹ ਸ਼ਾਂਤਮਈ ਅੰਦੋਲਨ ਹੈ। ਤੀਜੀ ਗੱਲ ਇਹ ਸੀ ਕਿ ਇਹਦੇ ਬੰਦਿਆਂ ਦੇ ਵਿੱਚ ਜਿਹੜੇ ਬੰਦੇ ਲੜਾਈ ਲੜ ਰਹੇ ਨੇ ਉੱਥੇ ਕੱਲਾ ਆਗੂ ਨਹੀਂ, ਜੋ ਵੀ ਲੋਕ ਉੱਥੇ ਗਏ ਉਹਨਾਂ ਨੇ ਬਹੁਤ ਉੱਚੀਆਂ ਅਖਲਾਕੀ ਕਦਰਾਂ ਵੀ ਸਿਰਜੀਆਂ ਨੇ ਔਰ ਇਹਦੇ ਕਰਕੇ ਇਹ ਅੰਦੋਲਨ ਦੁਨੀਆ ਭਰ ਦੇ ਵਿੱਚ ਸਤਿਕਾਰਿਆ ਗਿਆ, ਦੁਨੀਆ ਭਰ ਵਿੱਚ ਖਿੱਚ ਦਾ ਕੇਂਦਰ ਰਿਹਾ ਤੇ ਦੇਸ਼ ਦੇ ਵਿੱਚ ਵੀ ਖਿੱਚ ਦਾ ਕੇਂਦਰ ਰਿਹਾ। ਔਰ ਜਦੋਂ ਉਸ ਅੰਦੋਲਨ ਦੀ ਤਾਸੀਰ ਤੋਂ ਉਲਟ ਕੋਈ ਘਟਨਾ ਇੱਕ ਅੱਧੀ ਵਾਪਰ ਜਾਂਦੀ ਹੈ ਔਰ ਇਹ ਉਹਦੀ ਬੁਨਿਆਦੀ ਜਿਹੜੀ ਮੂਲ ਖਾਸਾ ਹੈ ਜਿਹੜਾ ਅੰਦੋਲਨ ਦਾ, ਉਹਦੇ ਤੋਂ ਉਲਟ ਘਟਨਾ ਵਾਪਰੀ ਜਿਹੜੀ ਕਿ ਸਮੁੱਚੀ ਲੀਡਰਸ਼ਿਪ ਵੱਲੋਂ ਕੋਈ ਉਹਦੇ 'ਚ ਗਲਤੀ ਨਹੀਂ, ਲੋਕਾਂ ਵੱਲੋਂ ਕੋਈ ਉਹਦੇ 'ਚ ਗਲਤੀ ਨਹੀਂ ਹੈ। ਇੱਕ ਫਰਿੰਜ ਐਲੀਮੈਂਟ, ਛੋਟਾ ਜਿਹੜਾ ਇੱਕ ਹਿੱਸਾ ਜਿਹੜਾ ਪਹਿਲਾਂ ਤੋਂ ਵੀ ਅਲੱਗ, ਕਦੇ ਸੰਭੂ ਬਾਰਡਰ 'ਤੇ ਆਪਣਾ ਅਲੱਗ ਮੋਰਚਾ ਲਾ ਕੇ ਜਾਂ ਕਿਤੇ ਨਾ ਕਿਸੇ ਹੋਰ ਰੂਪ ਦੇ ਵਿੱਚ, ਜਿਹਨੇ ਜਥੇਬੰਦੀਆਂ ਦੀ ਅਗਵਾਈ ਨੂੰ ਕਬੂਲ ਹੀ ਨਹੀਂ ਕੀਤਾ ਪਹਿਲੇ ਦਿਨ ਤੋਂ, ਤੇ ਉਹ ਆਪਣਾ ਹੀ ਇੱਕ ਢਰਰਾ ਸੀ। ਠੀਕ ਹੈ, ਲੋਕ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਨਹੀਂ ਰਹੇ, ਕੁਝ ਖਾਸ ਇੱਕ ਐਲੀਮੈਂਟ ਰਿਹਾ ਜਿਹੜੇ ਆਪਣੀ ਗੱਲ ਕਹਿੰਦੇ ਸੀ, ਪਰ ਡੈਮੋਕ੍ਰੇਸੀ 'ਚ ਗੱਲ ਕਹਿਣ ਦਾ ਹੱਕ ਸਭ ਨੂੰ ਹੈ, ਉਹਨਾਂ ਨੂੰ ਵੀ ਸੀ ਤੇ ਬਾਕੀ ਵੀ ਹੈ। ਪਰ ਜਦੋਂ ਤੁਸੀਂ
ਇੱਕ ਪੂਰੇ ਆਪਣੇ ਪ੍ਰੋਗਰਾਮ ਨੂੰ, ਐਡੇ ਵੱਡੇ ਪ੍ਰੋਗਰਾਮ ਨੂੰ ਸਾਈਡਲਾਈਨ ਕਰਕੇ ਤੇ ਇੱਕ ਆਪਣੀ ਉਹੀ ਜੀ ਗੱਲ ਕਰਨਾ ਸ਼ੁਰੂ ਕਰ ਦਿੰਦੇ ਹੋ ਜਿਹੜੀ ਸਰਕਾਰ ਦੇ ਪੱਖ 'ਚ ਚਲੀ ਜਾਏ। ਤਾਂ ਲਾਜ਼ਮੀ ਹੈ ਤੁਸੀਂ ਅੰਦੋਲਨ ਨੂੰ ਢਾਹ ਵੀ ਲਾ ਰਹੇ ਹੋ ਤੇ ਅੰਦੋਲਨ ਦੇ ਖਿਲਾਫ ਜਿਹੜਾ ਬੜਾ ਭੁਗਤ ਰਹੇ ਹੋ। ਇਹ ਇਤਿਹਾਸਕ ਇੱਕ ਬਲੰਡਰ ਹੋਇਆ, ਕਿਸੇ ਤੋਂ ਅਣਜਾਣੇ 'ਚ ਹੋਇਆ ਤੇ ਜਿਹੜੇ ਉਹਦੇ ਮੋਹਰੀ ਸੀ ਉਹਨਾਂ ਨੇ ਤਾਂ ਮੈਨੂੰ ਲੱਗਦਾ ਕਿ ਜਾਣੇ 'ਚ ਹੀ ਕੀਤਾ, ਜਿਹੜੇ ਬੰਦੇ ਇਸ ਰੂਪ ਦੇ ਵਿੱਚ ਕੀਤੇ। ਬਾਕੀ ਜਿਹੜੇ ਲੋਕ ਚਲੇ ਜਾਂਦੇ ਨੇ ਜਜ਼ਬਾਤ 'ਚੋਂ, ਤਾਂ ਅਣਜਾਣੇ 'ਚ ਹੀ ਕਈ ਵਾਰ ਭਾਵਨਾ ਹੁੰਦੀ ਆ ਮੌਕੇ 'ਤੇ, ਜਿਹੜਾ ਜ਼ਿਆਦਾ ਤੱਤੀ ਗੱਲ ਕਰਦਾ ਉੱਧਰ ਜ਼ਿਆਦਾ ਗੱਲ ਮੰਨ ਲਈ ਜਾਂਦੀ ਹੈ, ਦੂਜੇ ਗੱਲ ਨੂੰ ਕਈ ਵਾਰ ਤੁਸੀਂ ਕਮਜ਼ੋਰੀ ਦਾ ਲਕਬ ਦੇ ਦਿੰਦੇ ਹੋ, ਕਈ ਵਾਰ ਤੁਸੀਂ ਕਹਿੰਦੇ ਹੋ ਡਰ ਗਏ ਨੇ ਜੀ। ਇਹੋ ਜਿਹੀਆਂ ਚੀਜ਼ਾਂ ਕਰਨੀਆਂ ਬੜੀਆਂ ਸੌਖੀਆਂ ਗੱਲਾਂ ਹੁੰਦੀਆਂ ਨੇ। ਇਹ ਸਾਰੇ ਮਾਫ ਕਰਨਾ, ਮੈਂ ਤੁਹਾਨੂੰ ਰੋਕ ਰਿਹਾ ਹਾਂ, ਗੱਲ ਬਹੁਤ ਮਹੱਤਵਪੂਰਨ ਚੱਲਦੀ ਪਈ ਹੈ ਤੁਹਾਡੀ, ਪਰ ਮੈਨੂੰ ਲੱਗਦਾ ਕਿ ਇਸੇ ਨੁਕਤੇ ਤੇ ਇੱਕ ਗੱਲ ਕੀਤੀ ਜਾ ਸਕਦੀ ਹੈ ਕਿ ਜਦੋਂ ਕਹਿੰਦੇ ਕਿ ਕੁਝ ਲੋਕ ਜਾਣੇ ਗਏ, ਕੁਝ ਅਣਜਾਣੇ ਗਏ, ਵੈਸੇ ਵੀ ਤਾਂ ਇਹ ਗੱਲ ਕਹਿ ਹੀ ਸਕਦੇ ਹਾਂ ਕਿ ਟ੍ਰੇਨਡ ਫੌਜੀ ਤਾਂ ਨਹੀਂ ਹੈ ਕਿ ਜਿਨ੍ਹਾਂ ਨੂੰ ਇੱਕ ਲੀਹ ਤੇ ਤੁਰਨ ਦੀ ਸਿੱਖਿਆ ਲੰਬਾ ਸਮਾਂ ਦਿੱਤੀ ਤੇ ਉਹਨਾਂ ਨੇ ਉਸੇ ਲੀਹ ਤੇ ਤੁਰਨਾ ਤੇ ਉਹ ਟੁੱਟ ਨਹੀਂ ਸਕਦੇ। ਇਹ ਲੋਕ ਨੇ, ਲੋਕਾਂ ਦਾ ਆਪਣਾ ਖਾਸਾ ਆਪਣਾ ਸੁਭਾਅ ਹੁੰਦਾ ਔਰ ਉਸ ਸੁਭਾਅ ਦੇ ਮੁਤਾਬਕ ਕਈ ਵਾਰੀ ਗਤੀਵਿਧੀਆਂ ਕਰ ਵੀ ਬੈਠਦੇ ਆ। ਇਹ ਵੀ ਤਾਂ ਗੱਲ ਕੀਤੀ ਜਾ ਸਕਦੀ ਹੈ ਨਾ। ਨਹੀਂ, ਪਰ ਮੈਨੂੰ ਇਹ ਲੱਗਦਾ ਕਿ ਸੋਚੇ ਸਮਝੇ ਜੇ ਤੁਸੀਂ ਕਿਰਦਾਰ ਦੇਖੋ ਲੰਮੇ ਸਮੇਂ ਤੋਂ, ਉਹੀ ਦੀਪ ਸਿੱਧੂ ਜਾਂ ਬਾਕੀ ਬੰਦੇ, ਜਦੋਂ ਉਹਨਾਂ ਤੋਂ ਇਹ ਪੁੱਛਿਆ ਜਾਂਦਾ ਕਿ ਫਿਰ ਇਹ ਅੜੇ ਹੋਏ ਕਿਉਂ ਨੇ ਜੀ, ਪਹਿਲਾਂ ਉਹ ਕਹਿੰਦੇ ਪਹਿਲਾਂ ਇੱਕ ਇਲਜ਼ਾਮ ਲੱਗਦਾ ਰਿਹਾ ਕਿ ਗੱਲ ਸਾਂਝੇ ਤੌਰ ਤੇ ਸੱਥ 'ਚ ਹੋਣੀ ਚਾਹੀਦੀ ਹੈ, ਅੰਦਰ ਲੀਡਰ ਗੱਲ ਕਰਕੇ ਵੇਖੇ ਆਉਂਦੇ ਨੇ, ਪਹਿਲਾ ਇਲਜ਼ਾਮ ਇੱਥੋਂ ਸ਼ੁਰੂ ਹੁੰਦਾ ਸੀ। ਫਿਰ ਉਸ ਤੋਂ ਬਾਅਦ ਇਲਜ਼ਾਮ ਇੱਥੋਂ ਸ਼ੁਰੂ ਹੋ ਗਿਆ ਕਿ ਇਹ ਗੱਲਬਾਤ ਤਾਂ ਆਰਗੂਮੈਂਟ ਦੇ ਲੈਵਲ ਤੇ ਹੋਣੀ ਚਾਹੀਦੀ ਹੈ, ਐ ਅੜੀਅਲ ਵਤੀਰੇ ਨਾਲ ਤਾਂ ਨਿਬੜਦਾ ਨਹੀਂ ਹੁੰਦਾ ਕੰਮ, ਲੈ ਦੇ ਕੇ ਹੋਣਾ ਹੁੰਦਾ। ਫਿਰ ਤੁਸੀਂ ਦੂਜੇ ਪਾਸੇ ਜਦੋਂ ਉਹ ਉੱਤੇ ਪੂਰੇ ਨਹੀਂ ਉਤਰੇ ਜਾਂ ਉਦੋਂ ਪਿੱਛੇ ਹਟਣ ਲਈ ਤਿਆਰ ਨਹੀਂ ਆ ਲੀਡਰਸ਼ਿਪ, ਫਿਰ ਤੁਸੀਂ ਉਹ ਕਰਦੇ ਰਹੇ। ਇਹ ਬਿਨਾਂ ਸਟ੍ਰੈਟਜੀ ਤੋਂ ਨਹੀਂ ਹੋ ਸਕਦਾ, ਇਹ ਬਿਨਾਂ ਸੋਚੀ ਸਮਝੀ ਸਾਜ਼ਿਸ਼ ਲਾਈਨ ਤੋਂ ਨਹੀਂ ਹੋ ਸਕਦਾ। ਉਹ ਲਾਈਨ ਇੱਕ ਸੋਚੀ ਸਮਝੀ ਲਾਈਨ ਹੈ। ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਬਾਕੀ ਨਿਰਦੋਸ਼ ਚਲੇ ਗਏ, ਜਿਹੜਿਆਂ ਨੂੰ ਇਹ ਲੱਗਦਾ ਹੈ ਕਿ ਵੀ ਚਲੋ ਠੀਕ ਹੈ ਜੀ, ਕਈਆਂ ਨੂੰ ਯਕੀਨ ਹੋ ਜਾਂਦਾ, ਭਰੋਸਾ ਹੋ ਜਾਂਦਾ, ਕਿਸੇ ਵਿਅਕਤੀ ਤੇ ਵੀ ਹੋ ਸਕਦਾ, ਕਈਆਂ ਨੂੰ ਕੋਈ ਆਈਡੀਆ ਵੀ ਜੱਜ ਸਕਦਾ ਕਿ ਹਾਂ ਇਹ ਚੀਜ਼ ਹੈ। ਔਰ ਬੜੇ ਲੰਮੇ ਸਮੇਂ ਤੋਂ ਇੱਕ ਗੱਲ ਇਹ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਖਾੜਕੂਵਾਦ ਦੇ ਦੌਰ ਤੋਂ ਬਾਅਦ ਇੱਕ ਸੱਦਰ ਵੀ ਇੱਕ ਸੈਕਸ਼ਨ ਦੇ ਦਿਮਾਗਾਂ 'ਚ ਦੱਬੀ ਪਈ ਹੈ ਕਿ ਜਿਹੜੀ ਖਾਲਸਾ ਦਾ ਜਿਹੜਾ ਸਾਡੇ ਦਾ ਬੋਲਬਾਲੇ ਦਾ ਕੁਐਸਚਨ ਸੀ, ਉਹਨੂੰ ਵੀ ਜੇ ਕੋਈ ਮੌਕਾ ਮਿਲਦਾ ਇਸੇ ਵੱਡੇ ਅੰਦੋਲਨ ਦੇ ਰਾਹੀਂ ਉਹ ਵੀ ਲੈ ਲਿਓ। ਉਹਦੇ 'ਚੋਂ ਵੀ ਕਈ ਬੰਦੇ ਆਪਣੇ ਉਸ ਜਜ਼ਬਾਤ 'ਚੋਂ ਗਏ ਹੋਣਗੇ, ਸ਼ਾਇਦ ਕੋਈ ਇਹਨੂੰ ਅੰਦੋਲਨ ਨੂੰ ਡੀਰੇਲ ਨਾ ਵੀ ਕਰਨਾ ਚਾਹੁੰਦੇ ਹੁਣ ਤਾਂ ਇੱਕ ਗੱਲ ਹੋ ਸਕਦੀ ਹੈ। ਪਰ ਇਹਦੇ ਨਾਲ ਦੀ ਨਾਲ ਬਹੁਤ ਲੋਕ ਇਹੋ ਜਿਹੇ ਗਏ ਉੱਥੇ, ਜਿਹੜੇ 200 ਬੰਦਾ ਹੁਣ ਅਰੈਸਟ ਕੀਤਾ ਹੈ, ਉਹਦੇ 'ਚ ਕਾਫੀ ਗਿਣਤੀ ਇਹੋ ਜਿਹੀ ਹੈ, ਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਉਹਦਾ ਕੋਈ ਲਾਗਾ ਦੇਗਾ, ਨਾ ਕਿਸੇ ਹੋਰ ਦੀਪ ਸਿੱਧੂ ਜਾਂ ਕਿਸੇ ਲੱਖੇ ਨਾਲ। ਬਠਿੰਡੇ ਮਾਨਸਾ ਦੇ ਇੱਧਰ ਦੇ ਲੋਕ ਜਿੱਧਰ ਉਹਨਾਂ ਦਾ ਨਹੀਂ ਹੈ ਕੁਝ ਵੀ, ਉਹਨਾਂ ਤੋਂ ਆ ਕੇ ਜਦੋਂ ਰਿੰਗ ਰੋਡ ਖੋਲ੍ਹਤੀ, ਸੌਖਾ ਕਰਤਾ ਵੀ ਚਲੋ ਜੀ ਹੁਣ ਤਾਂ ਕਿਤੇ ਵੀ ਜਾਇਆ ਜਾ ਸਕਦਾ, ਤਾਂ ਉਹ ਜਿਹੜੀ ਮਰਜ਼ੀ ਧਿਰ 'ਚ ਜਾ ਰਿਹਾ, ਉਹਨਾਂ ਨੂੰ ਹੋ ਗਿਆ ਵੀ ਚਲੋ ਫਿਰ ਆਪਾਂ ਵੀ ਇੱਧਰ ਦੀ ਟਰੈਕਟਰ ਭਜਾ ਦਿੰਦੇ ਹਾਂ, ਕੋਈ ਗੱਲ ਨਹੀਂ ਉਸ ਲੈਵਲ 'ਤੇ। ਉਹ ਅਣਜਾਣੇ ਵਾਲੇ ਬੰਦੇ ਨੇ, ਉਹਨਾਂ 'ਤੇ ਜਿਨ੍ਹਾਂ 'ਤੇ ਪਰਚੇ ਦੇ ਜਿਹੜੇ ਚੁਸਤ ਚਲਾਕ ਆਦਮੀ ਸੀ ਉਹ ਤਾਂ ਵਾਪਸ ਆ ਗਏ ਉਸੇ ਟਾਈਮ। ਉਹਨਾਂ ਨੂੰ ਪਤਾ ਸੀ ਕਿ ਕੋਈ ਗੱਲ ਹੋਏ, ਫਸ ਉਹ ਬੰਦੇ ਗਏ ਜਿਹੜਾ 200 ਬੰਦਾ ਉੱਥੇ ਖੜ ਗਿਆ ਸੀ, ਕਿਸੇ ਨਾ ਕਿਸੇ ਰੂਪ 'ਚ ਗਿਆ ਹੋਇਆ ਸੀ, ਉਹ ਕਿਲਾ ਹੀ ਦੇਖਣ ਲੱਗ ਗਿਆ। ਉਸ ਤੋਂ ਬਾਅਦ ਵੀ ਹੁਣ ਤਾਂ ਆਪਾਂ ਜਿੱਤ ਗਏ, ਪਤਾ ਨਹੀਂ ਕੀ ਹੋ ਗਿਆ, ਜਿਹਦੀ ਸੋਝੀ 'ਚ ਕੁਝ ਨਹੀਂ, ਨਾ ਉਹਨੂੰ ਪੋਲੀਟਿਕਸ ਆਉਂਦੀ ਹੈ, ਨਾ ਉਹਨੂੰ ਇਹ ਪਤਾ ਸਰਕਾਰਾਂ ਕਿਵੇਂ ਰਿਐਕਟ ਕਰਦੀਆਂ ਨੇ, ਨਾ ਉਹਨੂੰ ਇਹ ਪਤਾ ਅਸੀਂ ਟਰੈਪ 'ਚ ਫਸਾਏ ਜਾ ਚੁੱਕੇ ਹਾਂ। ਉਹ ਰਾਤ ਤੱਕ ਉੱਥੇ ਹੀ ਰਹਿ ਗਿਆ ਤੇ ਰਾਤ ਨੂੰ ਉਹਨੂੰ ਪਤਾ ਲੱਗਿਆ ਵੀ ਅਸੀਂ ਤਾਂ ਸਾਰੇ ਅੰਦਰ ਬੰਦ ਹੋ ਗਏ ਹਾਂ ਉਸ ਰੂਪ ਦੇ ਵਿੱਚ। ਇਹ ਜਿਹੜੀ ਘਟਨਾ ਵਾਪਰੀ ਹੈ, ਇਹ ਇੱਕ ਨਹੀਂ ਤਾਂ ਬਹੁਤ ਵੱਡਾ ਇੱਕ ਚੁਣੌਤੀ ਸੀ ਇਹ ਗੌਰਮੈਂਟ ਦੇ ਸਾਹਮਣੇ। ਇਹ ਦੁਨੀਆ ਦੇ ਇਤਿਹਾਸ 'ਚ ਪਹਿਲਾ ਐਡਾ ਵੱਡਾ ਪੀਸਫੁਲ ਟਰੈਕਟਰ ਮਾਰਚ ਹੋਣਾ ਸੀ, ਜਿਹਨੂੰ ਦੁਨੀਆ ਦੇਖਦੀ ਉਸ ਪੱਧਰ ਦੇ ਉੱਤੇ, ਜਿਹਨੇ 70-72 ਘੰਟੇ ਚੱਲਣਾ ਸੀ ਉਸੇ ਰੂਟ ਦੇ ਉੱਤੇ। ਉਹਨੂੰ ਡੈਂਟ ਪਾਤਾ। ਸੱਤਾਧਾਰੀ ਧਿਰ ਚਾਹੁੰਦੀ ਸੀ ਕਿ ਉਹਨੂੰ ਡੈਂਟ ਕਿਵੇਂ ਪਵੇ। ਸੈਕੰਡ ਇਹ ਸੀ ਕਿ ਜਿਹੜਾ ਦੂਜਾ ਇੱਕ ਐਲਾਨ ਕੀਤਾ ਹੋਇਆ ਸੀ ਜਥੇਬੰਦੀਆਂ ਨੇ ਕਿ 1 ਤਰੀਕ ਨੂੰ, ਜਿੱਦਣ ਬਜਟ ਪੇਸ਼ ਕਰਨਾ 1 ਫਰਵਰੀ ਨੂੰ, ਉਦੋਂ ਪੈਦਲ ਮਾਰਚ ਚੱਲਿਆ ਜਾਏਗਾ। ਔਰ ਗੌਰਮੈਂਟ ਦੇ ਸਾਹਮਣੇ ਉਹ ਵੀ ਬਹੁਤ ਬੜੀ ਚੁਣੌਤੀ ਸੀ, ਉਹਨੂੰ ਵੀ ਉਹਨਾਂ ਨੇ ਸਾਈਡਲਾਈਨ ਕਰਨਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਇੱਕ ਬੜੀ ਵੱਡੀ ਪਲਾਨਿੰਗ ਦਾ ਇੱਕ ਹਿੱਸਾ, ਨਹੀਂ ਤਾਂ ਲਾਲ ਕਿਲੇ ਵੱਲ ਚਿੜੀ ਨਹੀਂ ਫਟਕ ਸਕਦੀ ਤੇ ਬੰਦੇ ਇੰਨੇ ਕਿਵੇਂ ਜਾ ਸਕਦੇ ਨੇ ਉਹਦੇ ਤੋਂ ਬਿਨਾਂ। ਔਰ ਜੇ ਰਿੰਗ ਰੋਡ ਤੇ ਜਾਣ ਦਾ ਤੁਸੀਂ ਸਾਂਝੇ ਮੋਰਚੇ ਨੂੰ ਇਜਾਜ਼ਤ ਨਹੀਂ ਦਿੱਤੀ ਕਿਸੇ ਵੀ ਰੂਪ ਦੇ ਵਿੱਚ, ਤਾਂ ਦੂਜੇ ਇੱਕ ਸੈਕਸ਼ਨ ਨੂੰ ਕਿਵੇਂ ਉੱਥੇ ਜਾਣ ਦੀ ਤੁਸੀਂ ਖੁੱਲ੍ਹ ਦੇਤੀ ਹੈ। ਤੇ ਮਾੜੀਆਂ ਮੋਟੀਆਂ ਰੋਕਾਂ ਦੇ ਨਾਲ ਸਗੋਂ ਪਹਿਲਾਂ ਚਲੇ ਗਏ, ਉਹਨਾਂ ਤੋਂ ਵੀ ਪਹਿਲਾਂ ਚਲੇ ਗਏ। ਤੇ ਇੱਕ ਪਾਸੇ ਤੁਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ 12 ਵਜੇ ਸਾਡੀ ਪਰੇਡ ਖਤਮ ਹੋ ਜਾਏਗੀ, ਤੁਸੀਂ ਹੌਲੀ ਹੌਲੀ ਉਦੋਂ ਬਾਅਦ ਸਟਾਰਟ ਕਰ ਲਿਓ, ਤੇ ਦੂਜਿਆਂ ਨੂੰ ਤੁਸੀਂ ਸਵੇਰੇ 7, 8, 9 ਵਜੇ ਹੀ ਤੁਸੀਂ ਕਹਿੰਦੇ ਚਲੋ ਜੀ ਠੀਕ ਹੈ ਜੀ। ਉਹ ਕਿਵੇਂ ਹੋ ਗਿਆ? ਮੈਂ ਇੱਥੇ ਹੀ ਨੁਕਤੇ ਤੇ ਆਉਣਾ ਚਾਹੁੰਦਾ ਸੀ। ਉਹ ਜਿਹੜਾ ਕਿਹਾ ਸੀਗਾ ਕਿ ਕੁਝ ਭਾਵਨਾਤਮਕ ਤੌਰ ਤੇ ਵੀ ਲੋਕ ਚਲੇ ਜਾਂਦੇ ਆ, ਜਿਹੜੇ ਤੁਸੀਂ ਕਹਿੰਦੇ ਕਿ ਜਿਨ੍ਹਾਂ ਨੂੰ ਪੋਲਿਟਿਕਸ ਦੀ ਸਮਝ ਨਹੀਂ, ਉੱਦਾਂ ਦੇ ਲੋਕ ਵੀ ਸੀ ਜਿਹੜੇ ਉੱਥੇ ਬੈਠੇ ਰਹੇ, ਪਤਾ ਨਹੀਂ ਕੀ ਕੁਝ ਹੋ ਗਿਆ। ਪਰ ਜਦੋਂ ਅਸੀਂ ਕਹਿੰਦੇ, ਜਿਹਨਾਂ ਨੂੰ ਤੁਸੀਂ ਫ੍ਰਿੰਜ ਐਲੀਮੈਂਟ ਜਿਹੜਾ ਕਹਿੰਦੇ ਹੋ, ਉਹ ਸ਼ਬਦ ਬੜਾ ਖੂਬਸੂਰਤ ਇਸਤੇਮਾਲ ਕਰਦੇ ਹੋ, ਉਹਨਾਂ ਦੀ ਗੱਲ ਛੱਡ ਕੇ ਆਪਾਂ ਜੇ ਗੱਲ ਕਰ ਲਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਉਹ ਤਾਂ ਫ੍ਰਿੰਜ ਐਲੀਮੈਂਟ ਨਹੀਂ ਹੈ ਨਾ।
ਉਹ ਤਾਂ ਇਹਨਾਂ ਜਥੇਬੰਦੀਆਂ ਦੇ ਨਾਲ ਪਹਿਲੇ ਦਿਨ ਤੋਂ ਭਾਵੇਂ ਉਸ ਗੱਠਜੋੜ ਦੇ ਵਿੱਚ ਸ਼ਾਮਲ ਨਹੀਂ ਹੋਈਆਂ। ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਦੂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਦੋਨੋਂ ਜਥੇਬੰਦੀਆਂ ਨਾਲ ਰਹੀਆਂ, ਟੀਚਾ ਇੱਕੋ ਰੱਖਿਆ, ਪਰ ਗੱਠਜੋੜ 'ਚ ਸ਼ਾਮਲ ਨਹੀਂ ਹੋਈਆਂ। ਜਦੋਂ ਉਹ ਪਹਿਲਾਂ ਯਾਤਰਾ ਸ਼ੁਰੂ ਕਰ ਲੈਂਦਾ ਆ, ਉਸ ਪਰੇਡ ਨੂੰ ਸ਼ੁਰੂ ਕਰ ਲੈਂਦਾ, 7 ਵਜੇ ਤੁਰਨ ਦੀ ਗੱਲ ਕਰਦਾ, ਉਹ ਕਹਿੰਦਾ ਕਿ ਨਹੀਂ ਮੈਂ ਤਾਂ ਰੋਕਾਂ ਤੋੜ ਕੇ ਇੱਧਰ ਰਿੰਗ ਰੋਡ ਵੱਲ ਜਾਣਾ ਹੀ ਜਾਣਾ, ਆਊਟਰ ਰਿੰਗ ਰੋਡ ਦੇ ਉੱਤੇ। ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੈਨੂੰ ਇਹ ਲੱਗਦਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਜ਼ਿੰਮੇਵਾਰੀ ਤੋਂ ਤਾਂ ਨਹੀਂ ਬਚ ਸਕਦੀ ਕਿ ਜਿਹੜਾ ਉਹ ਐਲੀਮੈਂਟ ਹੈ ਉਹਦੇ ਉਹ ਕੁਹਾੜੇ ਦਾ ਦਸਤਾ ਬਣ ਗਿਆ, ਕਿਉਂਕਿ ਉਹ ਔਰ ਸਰਕਾਰ ਦਾ ਵੀ ਬਣ ਗਿਆ। ਉਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਧਾਰ ਦਿੱਤਾ, ਜਥੇਬੰਦਕ ਆਧਾਰ ਤਾਂ ਤੁਹਾਡਾ ਹੈ ਨਾ, ਟਰੈਕਟਰ ਹਜ਼ਾਰਾਂ ਜਿਹੜਾ ਤੁਹਾਡਾ ਹੈ, ਉਹ ਕਿਸੇ ਦੂਜੇ ਬੰਦਿਆਂ ਦਾ ਨਹੀਂ, ਦੂਜੇ ਬੰਦੇ ਨਾਲ ਤਾਂ ਨਹੀਂ ਹੈ। ਉਹ ਕਿਸ ਐਂਗਲ ਤੋਂ ਬਣੇ, ਔਰ ਇੱਕ ਰਿਵਾਜ ਵੀ ਹੈ। ਮੈਂ ਪਹਿਲਾਂ ਤੋਂ ਵੀ ਲਗਾਤਾਰ ਮੈਨੂੰ ਇਹ ਲੱਗਦਾ ਰਿਹਾ ਕਿ ਤੁਸੀਂ 3 ਮੋਰਚੇ ਕਿਉਂ ਚਲਾਉਂਦੇ ਹੋ, ਇੱਕੋ 'ਚ ਕਿਉਂ ਨਹੀਂ ਆ ਜਾਂਦੇ? ਕੋਈ ਜਥੇਬੰਦੀ ਵੱਡੀ ਹੋਊ, ਛੋਟੀ ਹੋਊ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ। ਅੰਦੋਲਨ ਦਾ ਸਾਈਜ਼ ਬਹੁਤ ਵੱਡਾ ਹੋ ਗਿਆ, ਅੰਦੋਲਨ ਦਾ ਆਕਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਵੀ ਉਹਨਾਂ ਤੋਂ ਤੇ ਉਹਨਾਂ ਦੇ ਆਗੂਆਂ ਤੋਂ ਵੱਡਾ ਹੈ। ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ, ਔਰ ਆਗੂ ਪ੍ਰਾਈਵੇਟਲੀ ਮੰਨਦੇ ਵੀ ਨੇ ਸਾਰੇ, ਕੋਈ ਇਹੋ ਜਿਹੀ ਗੱਲ ਨਹੀਂ, ਕਿਉਂਕਿ ਉਹਦੇ 'ਚ ਇਹੋ ਜਿਹਾ ਸਾਰਾ ਸੈਟਅਪ ਹੈ। ਪਰ ਇਹਨੂੰ ਮੰਨ ਕੇ ਫਿਰ ਜਦ ਤੁਹਾਡੇ ਬਿਖਰੇਵੇਂ ਵਿਚਾਰਧਾਰਕ ਹੋਣ, ਤੁਸੀਂ 3 ਕਾਨੂੰਨਾਂ 'ਤੇ ਤਾਂ ਸਾਰੇ ਇਕੱਠੇ ਹੋ ਨਾ, 3 'ਤੇ ਹੀ ਇਕੱਠੀ ਕਮੇਟੀ ਬਣਾਉਣੀ ਹੈ, ਕਿਉਂ ਅਲੱਗ-ਅਲੱਗ ਤੁਰੇ ਫਿਰਦੇ ਹੋ? ਇਹਦੇ 'ਚੋਂ ਅਸਲ 'ਚ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਤਾਕ ਰਹੀ ਸਾਰੀਆਂ ਜਥੇਬੰਦੀਆਂ 'ਚ ਕਿ ਮੈਂ ਆਪਣੀ ਜਥੇਬੰਦੀ ਦਾ ਹੁਣ ਦਾਇਰਾ ਵਧਾ ਲਾਂ, ਮੇਰੀ ਜਥੇਬੰਦੀ 'ਚ ਜ਼ਿਆਦਾ ਆ ਜਾਣ, ਮੈਂ ਦਲੇਰ ਜਥੇਬੰਦੀ ਦੇ ਤੌਰ 'ਤੇ, ਮੈਂ ਆਰਗੇਨਾਈਜ਼ਰ ਜਥੇਬੰਦੀ ਦੇ ਤੌਰ 'ਤੇ, ਮੈਂ ਵੱਖ-ਵੱਖ। ਇਹ ਨਾ ਇੱਕ ਛੋਟੇ ਅੰਦੋਲਨਾਂ ਦੀ ਮਾਨਸਿਕਤਾ ਤਾਂ ਹੁੰਦੀ ਹੈ, ਪਰ ਇਹ ਵੱਡੇ ਅੰਦੋਲਨ ਦੀ ਥਾਂ ਨਹੀਂ ਪਾਉਂਦੀ। ਇਸੇ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਹਿਲਾਂ ਤੋਂ ਹੀ ਰੇਲਵੇ ਲਾਈਨ 'ਤੇ ਦੂਜਿਆਂ ਨੇ ਫੈਸਲਾ ਕਰ ਲਿਆ, ਉਹਨਾਂ ਨੇ ਕਿਹਾ ਅਸੀਂ ਉਦੋਂ ਬਾਅਦ ਅਜੇ ਲੰਮਾ ਸਮਾਂ ਰੱਖਾਂਗੇ। ਫਿਰ ਜਦੋਂ ਫਸ ਗਿਆ ਕੰਮ ਸਾਰੇ ਆ ਕੇ, ਤਾਂ ਸਾਰਿਆਂ ਨੂੰ ਮਿੰਨਤ ਤਰਲਾ ਕਰਕੇ ਵਾਪਸ ਉਸੇ ਰੇਲਵੇ ਲਾਈਨ ਤੋਂ ਹਟਣਾ ਪਿਆ। ਉਦੋਂ ਵੀ ਪੰਜਾਬ ਕਸੂਤਾ ਉਹਨਾਂ ਨੇ ਫਸਾ ਲਿਆ ਸੀ ਇੱਕ ਟਾਈਪ ਦਾ। ਔਰ ਇਹੋ ਜਿਹੇ ਅੰਦੋਲਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਜੇ ਤੁਹਾਡੀ ਗੱਲ ਰਾਏ ਅਲੱਗ ਵੀ ਹੋਵੇ, ਤੁਹਾਡੀ ਰਾਏ ਅਲੱਗ ਹੈ, ਉਹਨਾਂ ਇਹ ਕਹਿੰਦੇ ਨੇ ਨਾ ਕਿ 17 ਤਰੀਕ ਨੂੰ ਜਿਹੜਾ ਫੈਸਲਾ ਹੋਇਆ ਸੀ ਸਾਰਾ ਸੰਯੁਕਤ ਮੋਰਚਾ ਵਿੱਚ ਸਭ ਜਥੇਬੰਦੀਆਂ ਦਾ, ਇਹ ਹੋਇਆ ਸੀ ਕਿ ਅਸੀਂ ਜਿਹੜੀ ਉਹ ਰਿੰਗ ਰੋਡ ਹੈ ਉਹਦੇ 'ਤੇ ਜਾਵਾਂਗੇ। ਜਥੇਬੰਦੀਆਂ ਦਾ ਇਹ ਫੈਸਲਾ ਹੈ। ਅੱਗੇ ਫਿਰ ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਕਿ ਹੋਰ ਰਾਹ ਤੇ ਪੁਲਿਸ ਨਾਲ ਸਹਿਮਤੀ ਕਰ ਲਈ, ਠੀਕ ਹੈ ਕਰ ਲਈ, ਤੁਸੀਂ ਆਪਣੀ ਰਾਏ ਰੱਖ ਦਿਓ, ਨੋਟ ਕਰਾ ਦਿਓ, ਡਿਸੈਂਟਿੰਗ ਨੋਟ ਦੇ ਦਿਓ, ਪਰ ਫਿਰ ਵੀ ਗੱਲ ਤਾਂ ਉਸੇ ਸੰਯੁਕਤ ਮੋਰਚੇ ਨਾਲ ਹੀ ਹੋ ਰਹੀ ਹੈ ਨਾ। ਤੁਸੀਂ ਤਾਂ ਜਾਂਦੇ ਵੀ ਨਹੀਂ ਰਹੇ, ਉਦੋਂ ਘੱਟ ਜਾਂਦੇ ਰਹੇ ਹੋ। ਔਰ ਕੱਲੀ ਜਥੇਬੰਦੀ ਦਾ ਇਹ ਮਾਮਲਾ ਨਹੀਂ ਸੀ, ਆਪਦਾ ਨੋਟ ਕਰਾ ਕੇ ਮੀਡੀਆ 'ਚ ਓਪਨ ਵੀ ਚਾਹੇ ਕਹਿ ਦਿੰਦੇ ਕਿ ਸਾਡਾ ਇਹ ਵਿਊ ਸੀ, ਪਰ ਅਸੀਂ ਕਦਰ ਕਰਦੇ ਹਾਂ ਕਿਉਂਕਿ ਸਾਰੀਆਂ ਜਥੇਬੰਦੀਆਂ ਨੇ ਜੋ ਫੈਸਲਾ ਕੀਤਾ ਅਸੀਂ ਉਹਦੇ ਨਾਲ ਚੱਲਾਂਗੇ। ਇਹ ਜਿਹੜੀ ਜਿੱਦ ਸੀ ਕਿ ਅਸੀਂ ਇਕੱਲੇ ਹੀ ਫਿਰ ਦਿਖਾਵਾਂਗੇ, ਉਹ ਹੈ ਇਹੀ ਜਿੱਦ ਨੇ ਉਹਨਾਂ ਦਾ ਆਪਦਾ ਵੀ ਨੁਕਸਾਨ ਕੀਤਾ ਜੀ, ਇਸੇ ਜਿੱਦ ਨੇ ਅੰਦੋਲਨ ਦਾ ਵੀ ਨੁਕਸਾਨ ਕੀਤਾ ਤੇ ਇਸੇ ਜਿੱਦ ਨੇ ਬਾਕੀ। ਹੁਣ ਵੀ ਮੈਨੂੰ ਇਹ ਲੱਗਦਾ ਕਿ ਇੱਧਰ ਉੱਧਰ ਦੀਆਂ ਸਫਾਈਆਂ ਦੇਣ ਦੀ ਬਜਾਏ ਓਪਨਲੀ ਅਖਲਾਕੀ ਤੌਰ ਦੇ ਉੱਤੇ ਮੰਨਣਾ ਚਾਹੀਦਾ ਕਿ ਸਾਡੇ ਤੋਂ ਗਲਤੀ ਹੋਈ ਹੈ। ਜਾਂ ਤਾਂ ਉਹ ਕਹਿਣ ਵੀ ਅਣਜਾਣੇ 'ਚ ਗਲਤੀ ਹੋਈ ਹੈ, ਤਾਂ ਪੂਰੀ ਅੰਦੋਲਨ ਤੋਂ, ਪੂਰੇ ਲੋਕਾਂ ਤੋਂ ਮਾਫੀ ਮੰਗ ਕੇ ਅੱਗੇ ਤੋਂ ਸੰਘਰਸ਼ ਦੀ ਏਕਤਾ ਦੇ, ਇਕਜੁੱਟਤਾ ਦੇ ਲਈ ਰਾਹ ਦਾ ਇੱਕ ਯਕੀਨ ਦਿਵਾ ਕੇ ਹੀ ਸਿਸਟਮ ਚੱਲ ਸਕਦਾ, ਇਦੋਂ ਬਿਨਾਂ ਨਹੀਂ ਹੈ। ਜੇ ਫਿਰ ਵੀ ਇਹ ਚੀਜ਼ਾਂ ਹੋਣਗੀਆਂ, ਹੁਣ ਮੌਕਾ ਤੇ ਜਜ਼ਬਾਤ ਇਸ ਪੱਧਰ 'ਤੇ ਨੇ ਲੋਕਾਂ ਦੇ, ਲੋਕ ਸਾਰੇ ਉਹਨਾਂ ਲੋਕਾਂ ਨੂੰ ਵਿਲਣ ਦੇ ਤੌਰ 'ਤੇ ਦੇਖਦੇ ਨੇ ਜਿਹੜੀਆਂ ਇਹ ਜਥੇਬੰਦੀਆਂ ਦਾ ਏਕਾ ਵਿੱਚ ਚੜੂਨੀ ਆਪਾਂ ਕਈ ਵਾਰ ਕਹਿੰਦੇ ਸੁਣਦੇ ਹਾਂ। ਬਾਕੀ ਵੀ ਕਹਿੰਦਾ ਸਾਡੇ 'ਚ ਮਤਭੇਦ ਬਹੁਤ ਨੇ, ਅਸੀਂ ਇਕੱਠੇ ਨਹੀਂ ਹਾਂ, ਇਹ ਇਕੱਠੇ ਤਾਂ ਕਿਉਂਕਿ ਲੋਕਾਂ ਦਾ ਦਬਾਅ ਹੈ। ਲੋਕ ਇਸ ਸੰਘਰਸ਼ ਦੇ ਵਿੱਚ 2 ਗੱਲਾਂ ਸਪਸ਼ਟ ਕਰ ਚੁੱਕੇ ਨੇ। ਪਹਿਲੀ ਗੱਲ ਕਿ ਜਿਹੜਾ ਏਕਾ ਤੋੜੂਗਾ ਅਸੀਂ ਉਹਦੇ ਨਾਲ ਨਹੀਂ ਹਾਂ, ਜਿੱਡਾ ਮਰਜ਼ੀ ਬੰਦਾ ਹੋਵੇ, ਛੋਟਾ ਹੋਵੇ ਵੱਡਾ ਹੋਵੇ। ਔਰ ਤੁਸੀਂ ਦੇਖੋ ਕਿ ਜਦੋਂ ਦਿੱਲੀ ਜਾਣ ਦਾ ਸਵਾਲ ਸੀ, ਦਿੱਲੀ ਜਦੋਂ ਬਹੁ ਗਿਣਤੀ ਚਲੀ ਗਈ ਤਾਂ ਵੱਡੀਆਂ ਜਥੇਬੰਦੀਆਂ ਨੂੰ ਵੀ ਲੋਕਾਂ ਨੇ ਛੱਡ ਕੇ ਦਿੱਲੀ ਜਾਣਾ ਸ਼ੁਰੂ ਕਰਤਾ, ਤੇ ਜਥੇਬੰਦੀਆਂ ਨੇ ਸਿਆਣਪ ਕੀਤੀ ਕਿ ਨਾਲ ਚਲੀਆਂ ਗਈਆਂ ਤੇ ਚਲੋ ਆਪਾਂ ਉੱਥੇ ਚੱਲਦੇ ਹਾਂ ਨਾ। ਉਹ ਪਹਿਲਾ ਸੁਨੇਹਾ ਸੀ, ਇਹ ਸਮਝ ਨਹੀਂ ਆਇਆ ਜੀ ਉਹਨਾਂ ਨੂੰ, ਤੇ ਉਹ ਅਜੇ ਵੀ ਇਹਦਾ ਮਤਲਬ ਨਾ ਸਮਝੀ ਕੀਤੀ ਇਸ ਮਾਮਲੇ ਦੇ ਵਿੱਚ। ਅਗਲੀ ਗੱਲ ਇਸ ਅੰਦੋਲਨ ਦਾ ਇਹ ਸੀ ਇੱਕ ਤਸਵੀਰ ਕਿ ਪੀਸਫੁਲ ਰਹੇਗਾ। ਜਿਹੜਾ ਇੱਥੇ ਆ ਕੇ ਗੜਬੜ ਕਰੂਗਾ, 2 ਮਹੀਨਿਆਂ 'ਚ ਇੰਨੇ ਬੰਦੇ ਫੜੇ ਉਹਨਾਂ ਨੇ, ਜਿਹੜਾ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦਾ ਸੀ, ਕਿ ਅਸੀਂ ਉਹਦੇ ਵੀ ਨਾਲ ਨਹੀਂ ਆ। ਤੇ ਇਹੀ ਨਤੀਜਾ ਤੁਸੀਂ ਦੇਖਦੇ ਹੋ ਕਿ ਦੀਪ ਸਿੱਧੂ ਭੱਜ ਰਿਹਾ ਹੈ, ਉਦੋਂ ਬਾਅਦ ਇੱਕ ਸਧਾਰਨ ਸਿੰਘੂ ਆ ਕੇ ਜਿਹੜੇ ਵੀ ਬੰਦਿਆਂ ਨੂੰ ਟੱਕਰ ਗਿਆ ਉਹ, ਤੇ ਭੱਜ ਕੇ ਉਹਨੇ ਜਾਨ ਬਚਾਈ ਉਸ ਪੱਧਰ ਦੇ ਉੱਤੇ। ਇਹ ਇਮੋਸ਼ਨ ਹੈ ਲੋਕਾਂ ਦਾ। ਲੋਕ ਇਸ ਅੰਦੋਲਨ ਨੂੰ ਹਾਰਨਾ ਨਹੀਂ ਚਾਹੁੰਦੇ, ਇਸ ਅੰਦੋਲਨ ਨੂੰ ਜਿੱਤਣਾ ਚਾਹੁੰਦੇ ਨੇ। ਜਿਹੜਾ ਵੀ ਉਹਨਾਂ ਨੂੰ ਮਾੜਾ ਮੋਟਾ ਗਲਤ ਲੱਗਦਾ ਹੈ ਉਹ ਉਹਦਾ ਸਾਰਾ ਸਾਥ ਛੱਡ ਕੇ ਦੂਜੇ ਪਾਸੇ ਖੜੇ ਹੋ ਜਾਂਦੇ ਨੇ। ਇਹ ਬਹੁਤ ਵੱਡਾ ਇੱਕ ਮੈਨੂੰ ਲੱਗਦਾ ਹੈ ਲੋਕ ਮਾਨਸਿਕਤਾ ਵਾਲਾ ਅੰਦੋਲਨ ਹੈ। ਇਹ ਲੀਡਰਸ਼ਿਪ ਤੋਂ ਤੇ ਬਾਕੀ ਤੋਂ ਉੱਪਰ ਦਾ ਅੰਦੋਲਨ ਇਸ ਕਰਕੇ ਸੀਗਾ। ਇਹੀ ਚੀਜ਼ ਇਸ ਅੰਦੋਲਨ ਨੂੰ ਅੱਗੇ ਦੁਬਾਰਾ ਬਾਉਂਸ ਬੈਕ ਕਰਨ ਦੀ ਤਾਕਤ ਦੇਊਗੀ।
ਇਹੀ ਇਹਦੀ ਬੁਨਿਆਦੀ ਚੀਜ਼ ਹੈ। ਮੈਂ ਇਸੇ ਨੁਕਤੇ ਤੇ ਆਉਣਾ ਚਾਹੁੰਦਾ ਸੀਗਾ ਕਿਉਂਕਿ ਜਦੋਂ ਵੱਡੇ ਅੰਦੋਲਨ ਹੁੰਦੇ ਆ ਨਾ ਤੇ ਉਹਦੇ ਵਿੱਚ ਗਲਤੀਆਂ ਖਾਮੀਆਂ ਰਹਿ ਜਾਂਦੀਆਂ ਨੇ। ਤੁਸੀਂ ਜ਼ਿਕਰ ਕੀਤਾ ਕਿ ਜੰਗਾਂ ਯੁੱਧਾਂ ਦੇ ਵਿੱਚ ਵੀ ਬਹੁਤ ਵੱਡੀਆਂ ਖਾਮੀਆਂ ਗਲਤੀਆਂ ਜਿਹੜੀਆਂ ਰਹਿ ਜਾਂਦੀਆਂ ਸੀਗੀਆਂ। ਕਦੀ ਕੋਈ ਧਿਰ ਭਾਰੂ ਹੁੰਦੀ ਹੈ, ਕਦੀ ਕੋਈ ਧਿਰ ਭਾਰੂ ਹੁੰਦੀ ਹੈ, ਸਦਾ ਇੱਕੋ ਹੀ ਧਿਰ ਭਾਰੂ ਨਹੀਂ ਰਹਿ ਸਕਦੀ। ਤੇ ਇਹਦੇ ਵਿੱਚ ਵੀ ਮੰਨ ਕੇ ਚੱਲੋ ਕਿ ਪਹਿਲਾਂ ਅੰਦੋਲਨ ਦਾ ਦਬਾਅ ਸੀ, ਹੁਣ ਸਰਕਾਰ ਦਬਾਅ ਬਣਾਉਣ ਦਾ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਦੁਬਾਰਾ ਫਿਰ ਥੋੜ੍ਹਾ ਜਿਹਾ ਹੰਭਲਾ ਮਾਰਿਆ ਜਾਏਗਾ ਤੇ ਦੁਬਾਰਾ ਫਿਰ ਅੰਦੋਲਨ ਜਿਹੜਾ ਉਹ ਸਿਖਰ ਦੇ ਉੱਤੇ ਨਜ਼ਰ ਆਏਗਾ ਤੇ ਦਬਾਅ ਦੇ ਵਿੱਚ ਸਰਕਾਰ ਫਿਰ ਨਜ਼ਰ ਆਏਗੀ। ਸੋ ਇਹਨੂੰ ਦੁਬਾਰਾ ਫਿਰ ਲੀਹ ਤੇ ਲਿਆਉਣ ਦੀ ਜਿਹੜੀ ਵੈਸੇ ਤਾਂ ਲੀਹ ਤੇ ਹੀ ਹੈ, ਪਰ ਫਿਰ ਦੁਬਾਰਾ ਉਸ ਸਥਿਤੀ ਦੇ ਵਿੱਚ ਜਿਹੜੀ ਸਥਿਤੀ ਸਾਨੂੰ ਇਸ ਘਟਨਾਕ੍ਰਮ ਤੋਂ ਪਹਿਲਾਂ ਨਜ਼ਰ ਆਉਂਦੀ ਸੀ, ਬੜੀਆਂ ਉਮੀਦਾਂ ਨਜ਼ਰ ਆਉਂਦੀਆਂ ਸੀ। ਉਦੋਂ ਤਾਂ ਅੱਖਾਂ ਦੇ ਵਿੱਚ ਚਮਕ ਹਰ ਕਿਸੇ ਦੇ ਨਜ਼ਰ ਆਉਂਦੀ ਸੀ। ਹੁਣ ਇੱਥੋਂ ਤੱਕ ਪਹੁੰਚਿਆ, ਹੁਣ ਨਹੀਂ ਵਾਪਸ ਮੁੜਦੇ। ਪਰ ਜੋ ਕੁਝ ਹੋਇਆ ਵਾਪਰਿਆ ਮੰਦਭਾਗਾ ਹੋਇਆ। ਹੁਣ ਉਹਨੂੰ ਕਹਿ ਸਕਦੇ ਹਾਂ ਕਿ ਬਹੁਤ ਚੀਜ਼ਾਂ ਤੋਂ ਨਿਕਲਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਉਂਸ ਬੈਕ ਹੋਣ ਦੇ ਲਈ ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕਰਦੇ ਹੋ, ਉਹਦੇ ਲਈ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਗਰ ਚੀਜ਼ਾਂ ਸਾਬਤ ਹੋ ਸਕਦੀਆਂ? ਹਾਲਾਂਕਿ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਿਆਣੇ ਨੇ, ਉਹ ਵੀ ਆਪਣੇ ਤਰੀਕੇ ਨਾਲ ਫੈਸਲੇ ਲੈ ਰਹੇ ਨੇ, ਪਰ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਦਮ ਪੁੱਟੇ ਜਾ ਸਕਦੇ ਜਿਹਦੇ ਨਾਲ ਬਹੁਤ ਬਿਹਤਰ ਚੀਜ਼ਾਂ ਹੋ ਸਕਦੀਆਂ ਨੇ? ਮੈਨੂੰ ਲੱਗਦਾ ਕਿਉਂਕਿ ਇਹ ਅੰਦੋਲਨ ਵਿਰਸੇ ਨਾਲ ਜੁੜ ਗਿਆ। ਜੇ ਮੈਂ ਪੰਜਾਬ ਦੇ ਵਿਰਸੇ ਦੀ ਗੱਲ ਕਰਾਂ, 20 ਦਸੰਬਰ ਦਾ ਦਿਨ ਸੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਲੋਕਾਂ ਮਤਲਬ ਫੌਜਾਂ ਨੇ, ਤੇ ਉੱਥੇ ਮਤਲਬ ਸਭ ਕੁਝ ਬੰਦ ਕਰਤਾ ਸੀ, ਖਾਣ ਪੀਣ ਪਾਣੀ ਜਿਹੜਾ ਕੁਛ। ਤਾਂ 40 ਬੰਦੇ ਗੁਰੂ ਨੂੰ ਬੇਦਾਵਾ ਦੇ ਗਏ ਸੀ ਕਿ ਭੁੱਖੇ ਭਗਤੀ ਨਹੀਂ ਹੁੰਦੀ, ਹੁਣ ਲੜਾਈ ਨਹੀਂ ਲੜੀ ਜਾ ਸਕਦੀ, ਅਸੀਂ ਤਾਂ ਚੱਲੇ ਹਾਂ। ਗੁਰੂ ਕੀ ਕਹਿੰਦਾ? ਉਹ ਕਹਿੰਦਾ ਬੇਦਾਵਾ ਦੇ ਜੋ, ਲਿਖ ਕੇ ਬੇਦਾਵਾ ਦੇ ਗਏ, ਚਲੇ ਗਏ ਆਪੋ ਆਪਣੇ ਪਿੰਡ। ਤੇ ਅਨੰਦਪੁਰ ਸਾਹਿਬ ਛੱਡਣਾ ਪਿਆ ਤੇ ਛੱਡਤਾ, ਸੂਆਂ ਖਾ ਕੇ ਅੱਗੇ ਚਮਕੌਰ ਦੀ ਗੜੀ ਦੇ ਵਿੱਚ ਚਲੇ ਗਏ। ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਪਰਿਵਾਰ ਵਿਛੜ ਜਾਂਦਾ, ਦੂਜੇ ਆ ਕੇ ਇੱਥੇ ਸ਼ਹੀਦ ਹੁੰਦੇ ਨੇ। ਪਰ ਜਦੋਂ ਛੱਡ ਕੇ ਜਾਂਦੀ ਆ ਜਿਹੜੀ ਧਿਰ, ਤੇ ਉੱਥੇ ਮਾਈ ਭਾਗੋ ਵਰਗੀਆਂ ਬਾਕੀ ਜਿਹੜੀਆਂ ਬੀਬੀਆਂ ਨੇ ਉਹ ਤਾਨੇ ਦਿੰਦੀਆਂ ਨੇ ਕਿ ਤੁਸੀਂ ਸੰਕਟ ਦੇ ਸਮੇਂ ਛੱਡ ਕੇ ਆ ਗਏ ਹੋ, ਤੇ ਸੰਕਟ ਦੇ ਸਮੇਂ ਛੱਡ ਕੇ ਆਉਣਾ ਸਾਡਾ ਕਿਰਦਾਰ ਨਹੀਂ ਹੈ। ਤਾਂ ਉਹੀ ਬੰਦੇ ਛੱਡ ਕੇ ਆਏ ਹੋਏ ਮੁੜ ਕੇ ਸਾਹਮਣੇ ਪਤਾ ਸੀ ਕਿ ਉਹ ਇੱਧਰ ਨੂੰ ਆ ਰਹੇ ਨੇ ਤੇ ਲੜਾਈ ਇੱਧਰ ਹੋਣੀ ਆ, ਖਿਦਰਾਣੇ ਚਲੇ ਜਾਂਦੇ ਨੇ, ਖਿਦਰਾਣੇ ਦੀ ਢਾਬ ਤੇ ਲੜਦੇ ਨੇ, 40 ਦੇ 40 ਸ਼ਹੀਦ ਹੁੰਦੇ ਨੇ, ਤੇ ਗੁਰੂ ਤੋਂ ਚਲਦੇ ਚਲਦੇ ਉੱਥੇ ਚਲੇ ਜਾਂਦੇ ਨੇ। ਤੇ ਉਹ ਕਹਿੰਦੇ ਕੀ ਕਰਨਾ? ਉਹ ਕਹਿੰਦੇ ਜੀ ਬਸ ਕੁਝ ਨਹੀਂ, ਬੇਦਾਵਾ ਪਾੜ ਦਿਓ। ਇਹ ਮਤਲਬ ਧਰਤੀ ਤੇ ਲੜੀਆਂ ਗਈਆਂ ਲੜਾਈਆਂ ਦਾ ਹਿੱਸਾ ਹੈ ਇਹ। ਇਸ ਲਈ ਬੇਦਾਵਾ ਦੇ ਕੇ ਜਿਹੜਾ ਇਸ ਅੰਦੋਲਨ 'ਚੋਂ ਵਾਪਸ ਆਏਗਾ ਤੇ ਉਹ ਅੰਦੋਲਨ ਦੇ ਉਹ ਤਾਨਿਆਂ ਤੋਂ ਬਚ ਨਹੀਂ ਸਕੇਗਾ, ਮੁੜ ਕੇ ਬੇਦਾਵਾ ਪੜਾਉਣਾ ਪਏਗਾ। ਵੈਸੇ ਹੀ ਪੰਜਾਬ ਨੇ ਜੇ ਮੈਂ ਕਹਾਂ ਕਿ ਬੇਦਾਵਾ ਬਹੁਤ ਲੰਮੇ ਸਮੇਂ ਬਾਅਦ ਪੜਾਇਆ। ਅਸੀਂ ਬੇਦਾਵਾ ਪਹਿਲਾਂ ਹੀ ਦਿੱਤਾ ਹੋਇਆ ਇਹਨਾਂ ਗੱਲਾਂ ਨੂੰ, ਬਿਲਕੁਲ, ਤੇ ਪਹਿਲੀ ਵਾਰ ਬੇਦਾਵਾ ਪੜਾ ਕੇ ਇਹ ਮੈਦਾਨੇ ਜੰਗ 'ਚ ਕੁੱਦੇ ਨੇ ਲੋਕ ਬੜੇ ਲੰਮੇ ਸਮੇਂ ਬਾਅਦ, ਜਿਨ੍ਹਾਂ ਨੇ ਡਰ ਵੀ ਦਹਿਸ਼ਤ ਵੀ ਸਭ ਕੁਝ ਪਰੇ ਰੱਖਤਾ ਕਰਕੇ, ਚਾਹੇ ਉਹ ਕਰੋਨਾ ਦੀ ਸੀ, ਚਾਹੇ ਉਹ ਦੇਸ਼ ਧਰੋਹੀ ਦੇ ਮੁਕੱਦਮਿਆਂ ਦੀ ਸੀ, ਚਾਹੇ ਉਹ ਬਾਕੀ ਸੀ। ਔਰ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਇਸ ਮਿੱਟੀ ਦੇ ਵਿੱਚ ਬਾਉਂਸ ਬੈਕ ਕਰਨ ਦਾ, ਇਹਦੇ ਸੱਭਿਆਚਾਰ ਦੇ ਵਿੱਚ, ਇਹਦੇ ਵਿਰਸੇ ਦੇ ਵਿੱਚ ਹੀ ਮੌਜੂਦ ਹੈ ਉਹ ਖਾਣਾ। ਸੈਟਬੈਕ ਵੱਜਿਆ ਥੋੜ੍ਹਾ ਬਹੁਤ ਇੱਧਰ ਅਨੰਦਪੁਰ ਦਾ ਕਿਲ੍ਹਾ ਛੱਡਣਾ ਵੀ ਇੱਕ ਸੈਟਬੈਕ ਸੀ ਗੁਰੂ ਨੂੰ, ਔਰ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ ਕਿੱਡਾ ਵੱਡਾ ਸੈਟਬੈਕ ਹੈ, ਛੋਟੀ ਗੱਲ ਥੋੜ੍ਹੀ ਹੈ। ਤੇ 1708 ਦੇ ਵਿੱਚ ਗੁਰੂ ਸਾਹਿਬ ਉੱਥੇ ਨਾਂਦੇੜ ਜਾਂਦੇ ਨੇ ਤੇ ਕੇਵਲ 2 ਸਾਲਾਂ 'ਚ 10 ਤੱਕ ਆਉਂਦੇ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਤੇ ਇੱਕ ਰਾਜ ਪਲਟੇ ਤੱਕ ਚਲੇ ਜਾਂਦਾ ਗੱਲ। ਤੇ ਇਸ ਕਰਕੇ ਜਦੋਂ ਬਿਲਕੁਲ ਖਤਮ ਹੋ ਗਿਆ, ਲੋਕ ਸਮਝਦੇ ਹੋਣਗੇ ਉਦੋਂ ਤਾਂ ਨਾ ਵੀ ਗੁਰੂ ਵੀ ਚਲੇ ਗਏ, ਹੁਣ ਤਾਂ ਕੁਝ ਨਹੀਂ ਹੈ, ਇੱਥੇ ਤਾਂ ਲੜਾਈ ਦਾ ਕੋਈ ਮਤਲਬ ਨਹੀਂ ਹੈ, ਇੱਥੇ ਤਾਂ ਲੱਖਾਂ ਬੰਦਾ ਬੈਠਾ ਹੈ ਜੇ ਬਾਰਡਰ ਦੇ ਉੱਤੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਔਰ ਈਵਨ ਉਹ ਦੋ ਗੱਲਾਂ ਬਾਉਂਸ ਬੈਕ ਕਰਨਗੀਆਂ। ਅੱਜ ਦੀ ਜੇ ਮੈਂ ਗੱਲ ਕਰਾਂ, ਜਿਹੜੀ ਪਹਿਲਾਂ ਗੱਲ ਕੀਤੀ ਹੈ, ਇੱਕ ਤਾਂ ਲੋਕਾਂ ਦੀ ਸ਼ਾਂਤਮਈ ਅੰਦੋਲਨ 'ਚ ਆਸਥਾ, ਦੂਜੀ ਲੀਡਰਾਂ ਨੂੰ ਇਕਜੁੱਟ ਰਹਿਣ ਦਾ ਜਿਹੜਾ ਡਿਕਟੇਸ਼ਨ ਹੈ, ਜਿਹੜਾ ਉਹਨਾਂ ਦਾ ਆਰਡਰ ਹੈ ਕਿ ਤੁਸੀਂ ਇਕਜੁੱਟ ਰਹਿਣਾ, ਤੀਜਾ ਉਹਦੇ ਦਿਮਾਗ 'ਚ ਹੈ ਕਿ ਜੇ ਇਹ ਲੜਾਈ ਹਾਰ ਗਏ ਤਾਂ ਸਭ ਕੁਝ ਗਿਆ, ਇਹ ਹੋਣ ਦੀ ਲੜਾਈ ਹੈ, ਇਹ ਛੋਟੀ ਲੜਾਈ ਨਹੀਂ ਹੈ। ਇਹ ਤਿੰਨ ਬੁਨਿਆਦੀ ਚੀਜ਼ਾਂ ਨੇ ਜਿਹੜੇ ਛੋਟੀ ਮੋਟੀ ਮਾਯੂਸੀ ਦਾ ਪਰਦਾ ਪੈਂਦਾ, ਇਹ ਬਾਰ-ਬਾਰ ਉਹਨੂੰ ਲਾਉਣ ਦੀ ਹੈਸੀਅਤ ਰੱਖਦੀਆਂ ਨੇ। ਫਰਕ ਕੇਵਲ ਇਹ ਹੈ ਕਿ ਹੁਣ ਲੀਡਰਸ਼ਿਪ ਜਿਸ ਲੈਵਲ ਦੀ ਵਿਉਂਤਬੰਦੀ ਨਾਲ ਜਾਏਗੀ, ਉਹਨਾਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਜਿਹੜੇ ਮਾੜੇ ਮੋਟੇ ਕਨਫਿਊਜ਼ਨ ਨੇ ਉਹਨਾਂ ਨੂੰ ਦੂਰ ਕਰੇਗੀ, ਔਰ ਜਾ ਕੇ ਪਿੰਡਾਂ ਦੇ ਵਿੱਚ ਜਾਏਗੀ। ਸ਼ਹਿਰਾਂ ਜਿੰਨੇ ਟੋਲ ਪਲਾਜ਼ੇ ਜੇ 140 ਜਗ੍ਹਾ ਚੱਲਦੇ ਨੇ, ਜੇ ਉਹ ਲੀਡਰਸ਼ਿਪ ਆਪਣੇ ਲੀਡਰ ਵੰਡ ਕੇ ਉੱਥੇ ਇਕੱਠ ਰੱਖਦੇ ਕਿ ਫਲਾਣੇ ਦਿਨ ਉੱਥੇ ਇਕੱਠ ਹੋਣਗੇ, ਲੀਡਰ ਆਪਣੀ ਗੱਲ ਕਹਿਣ ਆਉਣਗੇ ਤੇ ਲੋਕ ਮੁੜ ਪ੍ਰੇਰਿਤ ਹੋ ਜਾਣਗੇ, ਕੋਈ ਬੜੀ ਗੱਲ ਨਹੀਂ ਹੈ, ਔਰ ਪ੍ਰੇਰਨਾ ਉਸ ਲੈਵਲ ਤੇ ਚਲੀ ਜਾਊਗੀ। ਔਰ ਦੂਜੀ ਗੱਲ ਇਹ ਹੈ ਕਿਉਂਕਿ ਹੁਣ ਸਰਕਾਰ ਵੀ ਇਹ ਸੋਚਦੀ ਹੈ ਵੀ ਸ਼ਾਇਦ ਜਜ਼ਬਾਤੀ ਤੌਰ ਤੇ ਸੱਟ ਵੱਜੀ ਹੋਈ ਹੈ ਤੇ ਇਸ ਕਰਕੇ ਆਪਾਂ ਕੁਝ ਹੋਰ ਗੱਲਾਂ ਕਰ ਦਈਏ ਜਾਂ ਪਰਚੇ ਦਰਜ ਕਰ ਦਈਏ ਜਾਂ ਬਾਕੀ ਚੀਜ਼ਾਂ ਦਰਜ ਕਰ ਦਈਏ, ਕਿਉਂਕਿ ਸਰਕਾਰ ਦਾ ਤਾਂ ਮਿਜਾਜ ਹੀ ਇਹ ਰਿਹਾ। ਇਦੋਂ ਪਹਿਲਾਂ ਸਰਕਾਰ ਨੇ ਕੀ ਕੀਤਾ, ਭੀਮਾ ਕਰਿੰਗੋ, ਜਿੱਥੇ ਇੰਨਾ ਵੱਡਾ ਜਿਹੜੇ ਬੰਦਿਆਂ ਨੇ RSS ਦੇ ਬੰਦਿਆਂ ਨੇ ਉਹ ਦਲਿਤਾਂ ਦੇ ਖਿਲਾਫ ਸਾਰਾ ਕੁਝ ਭੜਕਾਇਆ,
ਇਹਦੇ ਬਾਵਜੂਦ ਪਰਚੇ ਦਰਜ ਕਰਤੇ ਦੂਜਿਆਂ ਤੇ। ਸਾਜ਼ਿਸ਼ ਕੀ ਕੜੀ ਜੀ? ਇਹ ਤਾਂ ਪ੍ਰਧਾਨ ਮੰਤਰੀ ਨੂੰ ਮਾਰਨਾ ਚਾਹੁੰਦੇ ਨੇ ਜੀ। ਉਹਨਾਂ ਲੇਖਕਾਂ ਤੇ, ਉਹਨਾਂ ਬੁੱਧੀਜੀਵੀਆਂ ਤੇ, ਉਹਨਾਂ ਤੇ ਸਾਰਿਆਂ ਤੇ। ਉਹ ਜੂਏ ਪੀਏ ਦੇ ਅੰਦਰ ਬੰਦ ਨੇ। ਫਿਰ ਸਭ ਲੋਕਾਂ ਨੂੰ ਪਤਾ ਹੈ, ਵੀਡੀਓਜ਼ ਨੇ, ਖਬਰਾਂ ਨੇ। ਅੱਜ ਤਾਂ ਦੌਰ ਵੀਡੀਓ ਦਾ ਨਾ, ਕੋਈ ਬਾਕੀ ਵੀ ਨਹੀਂ ਛੁਟਲਾ। ਅੱਗੇ ਅਖਬਾਰ 'ਚ ਤਾਂ ਕਹਿ ਦਿੰਦੇ ਸੀ ਵੀ ਇਹਨਾਂ ਨੇ ਵਿਗਾੜ ਕੇ ਪੇਸ਼ ਕਰਤਾ। ਦਿੱਲੀ 'ਚ 101 ਦਿਨ ਦਾ ਐਡਾ ਸ਼ਾਨਦਾਰ ਅੰਦੋਲਨ 14 ਦਸੰਬਰ 2019 ਨੂੰ ਸ਼ੁਰੂ ਹੋਇਆ, ਜਿਹੜਾ ਕਰੋਨਾ ਦੇ ਨਾਲ ਸ਼ਾਹੀਨ ਬਾਗ ਦਾ ਅੰਦੋਲਨ ਠਾਇਆ ਕੇ 101 ਦਿਨ ਦਾ ਲਾਜਵਾਬ ਅੰਦੋਲਨ, ਬਿਨਾਂ ਕਿਸੇ ਦੀ ਅਗਵਾਈ ਤੋਂ, ਬਿਨਾਂ ਗੱਲ ਤੋਂ, ਬੀਬੀਆਂ ਦੀ ਅਗਵਾਈ ਦੇ ਵਿੱਚ ਚੱਲਿਆ ਹੋਇਆ ਅੰਦੋਲਨ। ਉਹ ਅੰਦੋਲਨ ਦਾ ਇੱਕ ਕਿਰਦਾਰ ਐਡਾ ਵੱਡਾ ਸੀ। ਇਹਦੇ ਤੋਂ ਬਾਅਦ ਦਿੱਲੀ ਦੇ ਵਿੱਚ ਰਾਈਟ ਕੌਣ ਕਰਾਉਂਦਾ ਹੈ? ਉਹ ਬੀਜੇਪੀ ਦੇ ਆਗੂ ਕਰਾਉਂਦੇ ਨੇ, ਜਿਹੜੇ ਗੋਲੀ ਮਾਰਨ ਦੀ ਗੱਲ ਕਰਦੇ ਨੇ। ਦੰਗੇ ਭੜਕਾਏ ਫਾਈਨਾਂਸ ਦੇ ਸਟੇਟ ਮਿਨਿਸਟਰ ਦੀ ਜੋ ਬਿਆਨਬਾਜ਼ੀ ਸੀ ਤੁਹਾਡੇ ਸਾਹਮਣੇ ਹੈ, ਜੋ ਉੱਥੋਂ ਦੇ ਬੀਜੇਪੀ ਲੀਡਰਾਂ ਦੀ ਸਾਹਮਣੇ ਹੈ, ਜਿੰਨਾ ਬਕਵਾਸ, ਜਿੰਨੀ ਗਾਲੀ ਗਲੋਚ ਉਹਨਾਂ ਨੇ ਕੀਤੀ, ਪਰ ਉਹਨਾਂ ਤੇ ਮੁਕੱਦਮਾ ਦਰਜ ਨਹੀਂ ਹੋਇਆ। ਮੁਕੱਦਮੇ ਦਰਜ ਵੀ ਪੀੜਤ ਧਿਰ ਤੇ ਹੋ ਗਏ। ਇੱਕ ਥਿਉਰੀ ਹੈ, ਬੜੇ ਲੰਮੇ ਸਮੇਂ ਤੋਂ ਚੱਲਦੀ ਹੈ, ਹਿਟਲਰਵਾਦ ਦੇ ਵੇਲੇ ਤੋਂ ਚੱਲਦੀ ਹੈ, ਬਲੇਮ ਦਾ ਵਿਕਟਮ। ਤੁਸੀਂ ਵਿਕਟਮ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿਓ ਕਿ ਤੂੰ ਹੀ ਹੈ ਸਾਰੀ ਬਿਮਾਰੀ ਦੀ ਜੜ, ਤੇ ਜਿਹੜਾ ਜ਼ਾਲਮ ਹੈ ਤੇ ਉਹਨੂੰ ਪਾਸੇ ਛੱਡ ਦਿਓ। ਇਹ ਉਹ ਥਿਉਰੀ ਤੇ ਚੱਲ ਰਿਹਾ ਸਿਸਟਮ ਹੈ ਸਾਡਾ ਕਾਫੀ ਲੰਮੇ ਸਮੇਂ ਤੋਂ। ਹੁਣ ਵੀ ਸ਼ਾਇਦ ਉਹੀ ਸਾਜ਼ਿਸ਼, ਉਹੀ ਗੇਮ ਖੇਡਣ ਦੀ ਇੱਕ ਥਿਉਰੀ ਹੈ। ਤੁਸੀਂ ਦੇਖੋ ਕਿ 37 ਕਿਸਾਨ ਲੀਡਰਾਂ ਤੇ ਵੀ ਪਰਚਾ ਦਰਜ ਕਰਤਾ। ਉਹ 37 ਕਿਸਾਨ ਲੀਡਰਾਂ 'ਚੋਂ ਕੌਣ ਸੀਗਾ ਇਸ ਲਾਲ ਕਿਲ੍ਹੇ ਵਾਲੀ 'ਚ? ਕੌਣ ਸੀਗਾ ਇਸ ਪਰੇਡ ਗਰਾਊਂਡ ਤੇ ਜਾਣ ਦੇ ਵਿੱਚ, ਜਿਹੜਾ ਰਿੰਗ ਰੋਡ ਤੇ ਜਾਣ ਵਾਲਿਆਂ ਦੇ ਵਿੱਚ? ਉਹਨਾਂ ਨੇ ਆਪਦਾ ਅੰਦੋਲਨ ਸਸਪੈਂਡ ਕਰਤਾ। ਉਹ ਸ਼ੁਰੂ ਤੋਂ ਲੈ ਕੇ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਸਾਡੇ ਨਾਲ ਗਦਾਰੀ ਕੀਤੀ ਹੈ। ਉਹ ਸ਼ੁਰੂ ਤੋਂ ਲੈ ਕੇ ਇਹ ਕਹਿ ਰਹੇ ਨੇ ਕਿ ਸਾਡੇ ਅੰਦੋਲਨ ਨੂੰ ਤੁਸੀਂ ਬਰਬਾਦ ਕਰ ਰਹੇ ਹੋ। ਤੇ ਸਮੁੱਚੇ ਅੱਜ ਤੱਕ ਦੇ 5 ਮਹੀਨਿਆਂ ਤੋਂ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਉਹਦੀ ਤਸਵੀਰ ਇਸ ਪੱਧਰ ਦੀ ਸਭ ਨੂੰ ਦਿਖਾਈ ਦੇ ਰਹੀ ਹੈ। ਤੁਸੀਂ ਉਹਨਾਂ ਤੇ ਇਹ ਮੁਕੱਦਮਾ ਇਰਾਦਾ ਕਤਲ ਸਾਰਾ, ਇਹਦਾ ਮਤਲਬ ਕੀ ਹੁੰਦਾ ਕਿ ਤੁਸੀਂ ਸਟੇਟ ਨੂੰ ਇੱਕ ਪੁਨਿਸ਼ਮੈਂਟ ਵਾਲੀ ਸਜ਼ਾ ਦਾ ਜਾਬਤਾ ਲੋਕਾਂ ਦੇ ਤੌਰ ਤੇ ਚਲਾਉਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਸਜ਼ਾ ਦੇਵਾਂਗੇ, ਜੋ ਵੀ ਮਰਜ਼ੀ ਕਰੋ। ਤੁਸੀਂ ਜਮਹੂਰੀ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਨਜਿੱਠਣਾ ਨਹੀਂ ਚਾਹੁੰਦੇ। ਇਹ ਅੰਦੋਲਨ ਇਸ ਲਈ ਵੀ ਬਾਉਂਸ ਬੈਕ ਕਰੇਗਾ ਕਿ ਜਿਹੜੀਆਂ ਗਲਤੀਆਂ ਪਹਿਲਾਂ ਸਟੇਟ ਕਰਦੀ ਆ ਰਹੀ ਹੈ, ਕਾਨੂੰਨ ਗਲਤ ਬਣਾ ਕੇ ਮੰਨ ਨਹੀਂ ਰਹੀ, ਹੁਣ ਇੱਕ ਨਵੀਂ ਗਲਤੀ ਕਰ ਰਹੀ ਹੈ ਕਿ ਉਹਨਾਂ ਹੀ ਲੋਕਾਂ ਦੇ ਆਗੂਆਂ ਤੇ ਤੁਸੀਂ ਪਰਚੇ ਦਰਜ ਕਰ ਦਿਓ ਜਿਨ੍ਹਾਂ ਦਾ ਉਹਦੇ 'ਚ ਰੱਤੀ ਵੀ ਭਰ ਵੀ ਰੋਲ ਨਹੀਂ ਹੈ। ਜੇ ਰੋਲ ਹੈ ਤਾਂ ਦਿੱਲੀ ਦੀ ਪੁਲਿਸ ਤੇ ਹੋਮ ਮਿਨਿਸਟਰ ਤੇ ਕਿਉਂ ਨਹੀਂ ਦਰਜ ਹੁੰਦਾ ਕਿ ਤੁਹਾਡੀ ਇੰਟੈਲੀਜੈਂਸ ਕਿੱਥੇ ਸੀ, ਤੁਸੀਂ ਕੀ ਕਾਰਵਾਈ ਕੀਤੀ? ਤੁਹਾਡੀ ਪੁਲਿਸ ਕਿੱਥੇ ਸੀ? ਉੱਥੇ ਤੱਕ ਜਾਣ ਕਿਵੇਂ ਦਿੱਤਾ? ਕੱਲ੍ਹ ਨੂੰ ਕੋਈ ਵੀ ਲਾਲ ਕਿਲ੍ਹਾ ਢਾਹ ਦੂਗਾ ਤੁਹਾਡਾ ਆ ਕੇ, ਕਿਤੋਂ ਵੀ ਜਾ ਕੇ, ਫਿਰ ਕੀ ਕਰੋਗੇ? ਫਿਰ ਕਿਸੇ ਇੱਕ ਆਗੂ ਤੇ ਦੋਸ਼ ਦੇ ਦੋਗੇ। ਜਿੱਥੇ ਚਿੜੀ ਫੜ ਨਹੀਂ ਮਾਰ ਸਕਦੀ, ਉੱਥੇ ਤੁਸੀਂ ਕੀ ਕਰਦੇ ਸੀ? ਪੁਲਿਸ ਕੀ ਕਰਦੀ ਸੀ? ਇੰਟੈਲੀਜੈਂਸ ਏਜੰਸੀਆਂ ਕੀ ਕਰਦੀਆਂ ਸੀ? ਸਰਕਾਰ ਕੀ ਕਰਦੀ ਸੀ? ਉਲਟਾ ਸਸਪੈਂਸ਼ਨਾਂ ਤਾਂ ਉਹਨਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਤੁਸੀਂ ਉਹਨਾਂ ਲੀਡਰਾਂ ਤੇ ਪਰਚੇ ਦਰਜ ਕਰ ਦਿਓ ਜਿਹੜੇ ਲੀਡਰਾਂ ਦਾ ਆਪ ਹੀ ਕਹਿ ਰਹੇ ਨੇ ਕਿ ਇਹ ਗਲਤੀ ਹੈ। ਹਾਲਾਂਕਿ ਸੰਯੁਕਤ ਮੋਰਚੇ ਨੇ ਇੱਕ ਗੱਲ ਠੀਕ ਕੀਤੀ ਮੇਰਾ ਖਿਆਲ ਹੈ, ਉਹਨਾਂ ਨੇ ਇਖਲਾਕੀ ਤੌਰ ਤੇ ਫਿਰ ਵੀ ਇਹਦੀ ਜ਼ਿੰਮੇਵਾਰੀ ਲਈ ਹੈ ਵੀ ਸਾਡਾ ਰੋਲ ਚਾਹੇ ਕੋਈ ਨਹੀਂ ਹੈ, ਪਰ ਕਿਉਂਕਿ ਅਸੀਂ ਅਗਵਾਈ ਕਰ ਰਹੇ ਹਾਂ, ਉਹਦੇ 'ਚੋਂ ਕੁਝ ਐਲੀਮੈਂਟ ਇੱਧਰ ਉੱਧਰ ਚਲਾ ਗਿਆ, ਅਸੀਂ ਉਹ ਗੱਲ ਕਰ ਰਹੇ ਹਾਂ। ਇਸੇ ਕਰਕੇ ਉਹਨਾਂ ਨੇ 1 ਤਰੀਕ ਦਾ ਉਹ ਵੀ ਮਤਲਬ ਖ਼ਤਮ ਕਰਤਾ। ਪਰ ਸਵਾਲ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਅਜੇ ਇਹਨਾਂ ਗੱਲਾਂ ਦੇ ਕਰਕੇ, ਲੋਕਾਂ ਦੇ ਭਰੋਸੇ ਕਰਕੇ, ਲੋਕਾਂ ਦੇ ਜੀਵਨ ਮਰਨ ਦੇ ਸਵਾਲ ਦੇ ਕਰਕੇ ਐਡੇ ਵੱਡੇ ਉਹ ਕਾਨੂੰਨ ਵਾਪਸ ਕਰਾਉਣ ਦੀ ਲੜਾਈ ਹੈ। ਔਰ ਇੱਕ ਇਹ ਚੰਗੀ ਗੱਲ ਹੈ, ਮੈਨੂੰ ਤਾਂ ਇਹ ਲੱਗੀ ਕਿ ਲੀਡਰਾਂ ਨੇ ਪਹਿਲੀ ਮੰਗ ਇਹ ਨਹੀਂ ਬਣਾਈ ਕਿ ਪਰਚੇ ਵਾਪਸ ਲਓ, ਪਹਿਲੀ ਮੰਗ ਅਜੇ ਵੀ ਕਾਨੂੰਨ ਵਾਪਸ ਲੈਣ ਦੀ ਹੈ। ਦੇਸ਼ ਦੇ ਵਿੱਚ ਅੱਜ ਵੀ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਹੈ। ਅੱਛਾ, ਮੈਂ ਇੱਥੇ ਇੱਕ ਗੱਲ ਫੇਰ ਰੋਕ ਰਿਹਾ, ਤੁਹਾਡੀ ਟੋਕ ਰਿਹਾ। ਹਾਲਾਂਕਿ ਤੁਹਾਡੀਆਂ ਗੱਲਾਂ ਟੋਕਣ ਨੂੰ ਮਨ ਨਹੀਂ ਕਰਦਾ, ਪਰ ਆ ਪਰਚੇ ਵਾਲੀ ਜਦੋਂ ਗੱਲ ਕਰ ਦਿੱਤੀ, ਇਹ ਕਿ ਪਹਿਲੀ ਮੰਗ ਨਹੀਂ ਰੱਖੀ, ਇਹ ਆਪਾਂ ਪਿਛਲੀਆਂ ਕੁਝ ਮੀਟਿੰਗਾਂ ਦੇ ਵਿੱਚ ਦੇਖਿਆ ਆ ਕਿ ਉਹ ਏਜੰਡੇ ਬਦਲੇ ਵੀ ਗਏ, ਸਥਿਤੀਆਂ ਇੱਦਾਂ ਦੀਆਂ ਪੈਦਾ ਕੀਤੀਆਂ ਕਿ ਉਹਨਾਂ ਏਜੰਡਿਆਂ ਦੇ ਮੁਤਾਬਕ ਕੀ NIA ਦੇ ਨੋਟਿਸ ਗਿਆ ਕਿ ਤੁਸੀਂ ਪਹਿਲੀ ਗੱਲ ਇਹ ਰੱਖੋਗੇ ਮੀਟਿੰਗ ਦੇ ਵਿੱਚ NIA ਦੇ ਨੋਟਿਸਾਂ ਦੀ। ਇਹਦੇ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਪਹਿਲੀ ਮੰਗ ਆ ਹੋਏਗੀ। ਏਜੰਡਾ ਬਦਲਣ ਦੀ ਪਹਿਲੀਆਂ ਮੀਟਿੰਗਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਹੈ। ਨਹੀਂ, ਬਿਲਕੁਲ ਉਹਨਾਂ ਦੀ ਤਾਂ ਤਰਤੀਬ ਹੀ ਇਹ ਹੈ। ਉਹ ਤਾਂ ਇਹ ਕਹਿੰਦੇ ਰਹੇ ਕਿ ਸਾਡੀ ਪਹਿਲੀ ਮੰਗ 3 ਕਾਨੂੰਨ ਵਾਪਸ ਲੈਣ ਦੀ ਹੈ, ਤੇ ਬਾਕੀ ਸਾਡੀਆਂ ਗੱਲਾਂ ਨਹੀਂ ਆ ਉਸ ਪੱਧਰ ਦੇ ਉੱਤੇ। ਔਰ ਕਾਨੂੰਨ ਜਿਵੇਂ ਆਮ ਆਪਣੇ ਇੱਕ ਪੰਜਾਬੀ 'ਚ ਮੁਹਾਵਰਾ ਹੈ ਵੀ ਮੱਝ ਮਰ ਜੇ ਤਾਂ ਚਮਜੂ ਤਾਂ ਆਪਾਂ ਹੀ ਮਰ ਜਾਂਦੀਆਂ ਨੇ, ਜਿੰਨੀਆਂ ਮਰਜ਼ੀ ਹੋਣ। ਜੇ 3 ਕਾਨੂੰਨ ਵਾਪਸ ਉਹ ਲੈ ਲੈਣ, MSP ਦੀ ਗਾਰੰਟੀ ਦੇ ਦੇਣ, ਬਾਕੀ ਅੰਦੋਲਨ ਦਾ ਕੀ ਮਤਲਬ ਨਹੀਂ। ਫਿਰ ਅੰਦੋਲਨ ਆਪਣੇ ਆਪ ਹੀ ਵਾਪਸ ਆ ਜਾਂਦਾ, ਆਪਣੇ ਆਪ ਹੀ ਹਾਰ ਜਾਂਦਾ। ਉਹ ਚੀਜ਼ਾਂ ਤੁਸੀਂ ਕਾਇਮ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਦੂਜੀਆਂ ਚੀਜ਼ਾਂ ਤੇ ਜ਼ੋਰ ਦੇਣਾ ਚਾਹੁੰਦੇ ਹੋ। ਉਹਦੇ 'ਚ ਮਤਲਬ ਇਹ ਹੈ ਕਿ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਨੇ, ਲੱਖਾਂ ਦੀ ਤਾਦਾਦ 'ਚ ਲੋਕ ਇੰਨੀ ਠੰਡ 'ਚ ਬੈਠੇ ਸੀ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਆਓ ਬੈਠ ਕੇ ਗੱਲ ਕਰਦੇ ਹਾਂ। ਔਰ ਜੇ ਮੰਨ ਲਓ ਸਰਕਾਰ ਨੂੰ ਸੱਚੀਓ ਵੀ ਇਹ ਲੱਗਦਾ ਹੋਵੇ, ਹਾਲਾਂਕਿ ਇਹ ਡਿਵੈਲਪਮੈਂਟ ਦਾ ਮਾਡਲ ਹੈ ਓਵਰਆਲ ਜਿਹੜਾ ਚੱਲ ਰਿਹਾ, ਜਿਹੜਾ ਆਮ ਬੰਦੇ ਦੇ ਖਿਲਾਫ ਭੁਗਤ ਰਿਹਾ, ਔਰ ਇਸੇ ਕਰਕੇ ਹੁਣ ਤਾਂ ਆਕਸਫਾਰਮ ਦੀ ਰਿਪੋਰਟ 2 ਦਿਨ ਪਹਿਲਾਂ ਆਈ ਹੈ ਇੱਕ, ਜਿਹੜੀ ਸਭ ਦੇ ਸਾਹਮਣੇ ਹੈ ਕਿ 13 ਕਰੋੜ 80 ਲੱਖ ਦੇਸ਼ ਦੇ ਲੋਕਾਂ ਨੂੰ ਹਰ ਇੱਕ ਨੂੰ 94,000 ਰੁਪਈਆ ਉਹਦੀ ਜੇਬ 'ਚ ਪਾਇਆ ਜਾ ਸਕਦਾ ਸੀ, ਜਿੰਨਾ ਕੇਵਲ ਇਸ ਕਰੋਨਾ 'ਚ 954 ਬੰਦਿਆਂ ਦੀ ਜੇਬ 'ਚ ਚਲਾ ਗਿਆ।
ਸਾਡੇ ਦੇਸ਼ ਦੇ ਜਿਹੜੇ ਅਰਬਾਪਤੀ ਨੇ ਉਹਨਾਂ ਦੀ ਜੇਬ 'ਚ ਚਲਾ ਗਿਆ। ਇੱਕ ਪਾਸੇ ਭੁੱਖੇ ਮਰਦੇ ਨੇ ਤੇ ਦੂਜੇ ਪਾਸੇ ਦੌਲਤ ਤਾਂ ਉਵੇਂ ਜਾ ਰਹੀ ਹੈ। ਇਹ ਸੰਕਟ ਹੈ ਵੱਡਾ, ਉਹਦੀ ਫੇਵਰ ਦੇ ਵਿੱਚ ਗੌਰਮੈਂਟ ਖੜ ਗਈ। ਗੌਰਮੈਂਟਾਂ ਇਸ ਕੰਮ ਲਈ ਹੁੰਦੀਆਂ ਨੇ ਕਿ ਉਹ ਲੋਕਾਂ ਦੇ ਲਈ ਕੋਈ ਕੰਮ ਕਰਨ, ਨਾ ਕਿ ਉਹਨਾਂ ਦੇ ਫੇਵਰ ਦੇ ਵਿੱਚ ਖੜ ਜਾਣ। ਔਰ ਹੁਣ ਮੌਕਾ ਸਗੋਂ ਇਹ ਸੀ ਕਿ ਗੌਰਮੈਂਟ ਇਹਨਾਂ ਸਾਰੀਆਂ ਗੱਲਾਂ ਨੂੰ, ਲੋਕਾਂ ਦੇ ਦੁੱਖ ਤਕਲੀਫ, ਜੇ ਗੌਰਮੈਂਟ ਇਹ ਕਹਿ ਦਿੰਦੀ ਆ ਕੇ ਕਿ ਚਲੋ ਅਸੀਂ ਤਾਂ ਤੁਹਾਡੇ ਚੰਗੇ ਲਈ ਕੀਤਾ ਸੀ, ਸਾਨੂੰ ਇਹ ਜੱਚਦਾ, ਪਰ ਜੇ ਜਿਨ੍ਹਾਂ ਤੇ ਲਾਗੂ ਕਰਨਾ, ਜੇ ਤੁਹਾਨੂੰ ਹੀ ਨਹੀਂ ਜੱਚਦਾ, ਅਸੀਂ ਉਹਨੂੰ ਵਾਪਸ ਲੈ ਰਹੇ ਹਾਂ ਜੀ। ਇਹਦੇ ਨਾਲ ਕੀ ਫਰਕ ਪੈਂਦਾ? ਇਹਦੇ ਨਾਲ ਕਿੱਡਾ ਕੁ ਪਹਾੜ ਡਿੱਗਦਾ? ਜੇ ਪਹਿਲਾਂ ਇਹ ਕਾਨੂੰਨ ਨਹੀਂ ਸੀ ਤਾਂ ਪਹਿਲਾਂ ਇਹ ਦੇਸ਼ ਨਹੀਂ ਚੱਲ ਰਿਹਾ। ਤੁਸੀਂ ਜ਼ਬਰਦਸਤੀ ਕਿਉਂ ਕੋਈ ਵੀ ਤੋਹਫਾ ਕਿਸੇ ਦੇ ਗਲ ਮੜਨਾ ਚਾਹੁੰਦੇ ਹੋ, ਜਿਹੜਾ ਤੁਸੀਂ ਤੋਹਫਾ ਵੀ ਦੇਣਾ ਚਾਹੁੰਦੇ ਹੋ ਨਾ? ਔਰ ਇਹਦੇ 'ਚ ਕਿਹੜੀ ਦਲੀਲ ਹੈ, ਕਿਹੜੀ ਅਪੀਲ ਖੜਦੀ ਹੈ ਇਸ ਦੇ ਮੁਕਾਬਲੇ? ਇੱਕੋ ਹੀ ਮੋਟੀ ਦਲੀਲ ਇਹ ਹੈ ਜਿਹਦੇ ਗੌਰਮੈਂਟ ਦੇ ਸਾਈਡ ਨੂੰ ਮਨਫੀ ਕਰ ਦਿੰਦੀ ਹੈ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਇਹ ਜਿਹੜਾ ਹੁਣ ਦਾ ਵੀ ਅਗਲਾ ਸਵਾਲ ਹੈ, ਮੈਨੂੰ ਲੱਗਦਾ ਕਿ ਉਹ 3 ਕਾਨੂੰਨਾਂ ਦੇ ਦਾਇਰੇ 'ਤੇ ਹੀ ਖੜਨਾ ਚਾਹੀਦਾ ਤੇ MSP 'ਤੇ ਖੜਨਾ ਚਾਹੀਦਾ। ਗੌਰਮੈਂਟ ਹੁਣ ਤੱਕ ਬੈਕਫੁੱਟ 'ਤੇ ਸੀ। ਉਹਨੇ ਇਹ ਕਹਿਤਾ ਸੀ ਕਿ 2 ਸਾਲ ਅਸੀਂ ਅੱਗੇ ਪਾ ਲੈਂਦੇ ਹਾਂ ਤੇ ਬਾਕੀ ਦਾ ਫਿਰ ਬਾਅਦ 'ਚ ਦੇਖ ਲਾਂਗੇ, ਕਮੇਟੀ ਬਣਾ ਲਾਂਗੇ। ਹੁਣ ਜਿਹੜਾ ਮਾਹੌਲ ਸਿਰਜਿਆ ਜਾਊਗਾ ਸ਼ਾਇਦ ਉਹ ਇਹ ਹੋਊਗਾ ਵੀ ਉਹਦੇ ਤੋਂ ਵੀ ਅੱਗੇ ਜਾ ਕੇ ਜੀ ਸਮਝੌਤਾ ਹੋਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਔਰ ਇਹ ਉਦੋਂ ਵੀ ਖਤਰਨਾਕ ਹੋਏਗਾ ਜੇ ਕਿਸੇ ਖਾਸ ਸਮੇਂ 'ਚ ਕਿਸੇ ਅੰਦੋਲਨਾਂ ਨੂੰ ਤੁਸੀਂ ਦਬਾ ਦਿੰਦੇ ਹੋ, ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਉਹ ਅੰਦੋਲਨ ਗਲਤ ਰੁਖ ਲੈ ਲੈਂਦੇ ਨੇ। ਪੀਸਫੁਲ ਅੰਦੋਲਨ ਇਤਿਹਾਸਿਕ ਤੌਰ ਤੇ ਵੀ ਜਦੋਂ ਗੌਰਮੈਂਟਾਂ ਨੇ ਉਹਨਾਂ ਨਾਲ ਠੀਕ ਤਰੀਕੇ ਨਾਲ ਨਹੀਂ ਸਿੱਝਿਆ, ਉਹ ਗਲਤ ਪਾਸੇ ਚਲੇ ਜਾਂਦੇ ਨੇ। ਔਰ ਜੇ ਆਪਾਂ ਲਾਈਏ ਇਹ ਅੰਦੋਲਨ ਪੰਜਾਬ ਦੇ ਵਿੱਚ, ਜਿਹੜਾ 8 ਅਪ੍ਰੈਲ 1982 ਨੂੰ SYL ਦੇ ਮੁੱਦੇ ਤੇ ਅਕਾਲੀ ਦਲ ਦਾ ਅੰਦੋਲਨ ਸੀ, ਜੇਲ੍ਹ ਭਰੋ ਅੰਦੋਲਨ ਸੀ, ਲੋਕ ਡਾਂਗਾ ਖਾਂਦੇ ਸੀ ਤੇ ਕੋਈ ਹੱਥ ਨਹੀਂ ਸੀ ਉਠਾ ਰਿਹਾ, ਕੋਈ ਹਿੰਸਾ ਨਹੀਂ ਸੀ ਹੋ ਰਹੀ। ਹੌਲੀ ਹੌਲੀ ਚੱਲਦੇ ਤੁਸੀਂ ਕੁੱਪ ਦੇ ਵਿੱਚ ਅਕਾਲੀ ਐਜੀਟੇਸ਼ਨ ਤੇ ਗੋਲੀਆਂ ਚਲਾਉਂਦੇ ਹੋ, ਉਹਨਾਂ ਨੂੰ ਫੱਟੜ ਕਰਦੇ ਹੋ, ਤੇ ਦੂਜੇ ਪਾਸੇ ਜਿਹੜਾ ਐਲੀਮੈਂਟ ਹਥਿਆਰਬੰਦ ਵਾਲਾ ਹੈ ਉਹਨੂੰ ਖੁੱਲੀ ਛੁੱਟੀ ਦਿੰਦੇ ਹੋ ਤੇ ਲੋਕਾਂ ਦਾ ਧਿਆਨ ਉਧਰ ਨੂੰ ਡਾਇਵਰਟ ਕਰਦੇ ਹੋ ਆਪੇ। ਫਿਰ ਕੀ ਕਰਦੀ ਹੈ ਸਰਕਾਰ? ਜਦੋਂ ਹਥਿਆਰਬੰਦ 'ਚ ਤਬਦੀਲ ਹੋ ਜਾਂਦਾ ਹੈ, ਉਦੋਂ ਬਾਅਦ ਲੋਕਾਂ ਦੇ ਮੁੰਡੇ ਵੀ ਮਾਰਦੇ ਹੋ ਤੁਸੀਂ, ਤੇ ਸਰਕਾਰ ਮਜ਼ਬੂਤ ਵੀ ਸਾਰੇ ਅਧਿਕਾਰ ਆਪਣੇ ਕੋਲ ਲੈ ਲੈਂਦੇ ਹੋ, ਤੇ ਬਾਕੀ ਦੀ ਜਿਹੜੀ ਸੰਗਤ ਹੈ ਉਹ ਸਰਕਾਰ ਦੇ ਨਾਲ ਹੁਣ ਖਿੜ ਜਾਂਦੀ ਹੈ। ਅਜੇ ਵੀ ਮਿਡਲ ਕਲਾਸ ਦਾ ਇੱਕ ਹਿੱਸਾ ਇੱਥੇ ਤੁਰਿਆ ਫਿਰਦਾ ਸਾਰੇ, ਜਿਹੜਾ ਇਹ ਕਹਿੰਦਾ ਹੈ ਕਿ ਜੀ ਸ਼ਾਇਦ ਸਰਕਾਰ ਠੀਕ ਕਰਦੀ ਹੈ। ਜਦੋਂ ਅੱਖਾਂ ਤੇ ਪੱਟੀ ਬੰਨੀ ਜਾਂਦੀ ਹੈ ਤੇ ਉਦੋਂ ਤੁਸੀਂ ਠੀਕ ਜਾਂ ਗਲਤ ਦੀ ਤਮੀਜ਼ ਬੰਦ ਕਰ ਜਾਂਦੇ ਹੋ। ਤੇ ਉਹ ਇਹ ਅੰਦੋਲਨ ਇਸੇ ਕਰਕੇ ਹੁੰਦੇ ਨੇ ਕਿ ਇਹ ਮੈਸੇਜ ਨੂੰ ਠੀਕ ਤੇ ਗਲਤ ਦੀ ਤਮੀਜ਼ ਦੇ ਦਿੰਦੇ ਨੇ ਜਨਤਕ ਤੌਰ ਤੇ। ਇਸ ਕਰਕੇ ਦੇਸ਼ ਦੇ ਵੀ ਹਿੱਤ 'ਚ ਹੈ, ਲੋਕਾਈ ਦੇ ਵੀ ਹਿੱਤ 'ਚ ਹੈ, ਤੇ ਕਿਸਾਨਾਂ ਦੇ ਵੀ ਹਿੱਤ 'ਚ ਹੈ, ਤੇ ਸਾਰੇ ਲੋਕਾਂ ਦੇ ਹਿੱਤ 'ਚ ਹੈ ਇਸ ਅੰਦੋਲਨ ਸਫਲਤਾਪੂਰਵਕ ਨੇਪਰੇ ਚੜ੍ਹੇ ਤੇ ਲੋਕਾਂ ਦੀ ਜਮਹੂਰੀਅਤ ਦੇ ਵਿੱਚ ਉਹਨਾਂ ਦੀ ਰਿੱਟ ਚੱਲੇ, ਉਹਨਾਂ ਦੀ ਗੱਲ ਪੁੱਗੇ, ਤੇ ਸਟੇਟ ਤਾਂ ਹੀ ਜਵਾਬਦੇਹ ਹੋ ਸਕਦੀ ਹੈ, ਸਿਆਸਤਦਾਨ ਤਾਂ ਹੀ ਜਵਾਬਦੇਹ ਹੋ ਸਕਦਾ ਹੈ। ਜੇ ਸਿਆਸਤਦਾਨ ਜਵਾਬਦੇਹ ਨਾ ਹੋਏ, ਅੱਜ ਉਹ ਸੜਕਾਂ 'ਤੇ ਨੇ, ਕੱਲ੍ਹ ਨੂੰ ਕੋਈ ਹੋਰ ਵਰਗ ਹੋਏਗਾ, ਪਰਸੋਂ ਕੋਈ ਹੋਰ ਵਰਗ ਹੋਏਗਾ, ਤਕਲੀਫ ਵੱਧਦੀ ਜਾਣੀ ਹੈ, ਤਕਲੀਫ ਘਟੇਗੀ ਨਹੀਂ। ਸਵਾਲ ਤਾਂ ਇਹ ਵੀ ਹੋ ਸਕਦਾ ਨਾ ਕਿ ਜਿੱਦਾਂ ਦੇ ਸ਼ੰਕੇ ਅਮਿਤ ਸ਼ਾਹ ਹੋਰਾਂ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਹੋਰ ਲੀਡਰਾਂ ਨੇ ਜਤਾਏ ਸੀਗੇ ਕਿ ਜੇ ਅੱਜ ਇਹ ਕਾਨੂੰਨ ਵਾਪਸ ਲੈ ਲੈਂਦੇ ਆ, ਫਿਰ ਕੱਲ੍ਹ CA ਦੇ ਖਿਲਾਫ ਵੀ ਇੱਦਾਂ ਦਾ ਅੰਦੋਲਨ ਹੋ ਸਕਦਾ। ਲੇਬਰ ਲਾਅ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ, ਕੱਲ੍ਹ ਮਜ਼ਦੂਰ ਸੜਕਾਂ 'ਤੇ ਉਤਰ ਕੇ ਆ ਸਕਦੇ, ਉਹ ਸਾਰੀਆਂ ਗੱਲਾਂ ਜਿਹੜੀਆਂ ਹੋ ਸਕਦੀਆਂ। ਸਰਕਾਰ ਇਸ ਚੀਜ਼ ਨੂੰ ਲੈ ਕੇ ਵੀ ਤਾਂ ਕਰਦੀ ਪਈ ਹੈ ਕਿ ਇਹ ਕਾਨੂੰਨ ਵਾਪਸ ਨਹੀਂ ਲੈਣਾ, ਕਿਉਂਕਿ ਹੋਰ ਬਹੁਤ ਕੁਝ ਇਹੋ ਜਿਹਾ ਕੀਤਾ। ਇਹਦਾ ਮਤਲਬ ਸਰਕਾਰ ਇਹ ਵੀ ਕਬੂਲ ਕਰਦੀ ਹੈ ਕਿ ਜੋ ਕੀਤਾ ਗਿਆ ਉਹ ਗਲਤ ਕੀਤਾ ਗਿਆ, ਇਸ ਕਰਕੇ ਉਹ ਵੀ ਫਿਰ ਵਾਪਸ ਲੈਣ ਦੀਆਂ ਗੱਲਾਂ ਉੱਠਣਗੀਆਂ। ਇਸ ਕਰਕੇ ਨਹੀਂ ਵਾਪਸ ਲਿਆ ਜਾ ਰਿਹਾ ਉਹ ਕਾਨੂੰਨ, ਇਸ ਕਰਕੇ ਉਹਨੂੰ ਸਿਰਫ ਰੋਕਣ ਤੱਕ ਸੀਮਤ ਹੋਇਆ ਜਾ ਰਿਹਾ। ਨਹੀਂ, ਜੇਕਰ ਤੁਸੀਂ ਉਸੇ ਰਸਤੇ ਚੱਲਦੇ ਹੋ, ਬਿਲਕੁਲ ਇੱਕ ਗੱਲ ਤਾਂ ਇਹੀ ਹੈ ਕਿ ਦੇਸ਼ ਦੀ ਇਕੱਲੀ ਸਰਕਾਰ ਨਹੀਂ, ਓਵਰਆਲ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਹੀ ਉਸੇ ਮਾਡਲ ਦੇ ਪੱਖ ਚਲੀਆਂ ਗਈਆਂ। ਨਹੀਂ ਤਾਂ ਇਹ ਲੜਾਈ ਸਿਆਸੀ ਲੜਾਈ ਬਣਦੀ ਸੀ। ਇਹ ਕਿਸਾਨ ਜਾਂ ਆਮ ਲੋਕਾਂ ਦੀ ਲੜਾਈ ਤਾਂ ਅਲੱਗ ਸੀ, ਪਰ ਸਿਆਸਤ ਦੀ ਵੀ ਲੜਾਈ ਸੀ ਕਿ ਤੁਸੀਂ ਸਟੇਟਾਂ ਦਾ ਗਲ ਘੁੱਟ ਰਹੇ ਹੋ ਤੇ ਤੁਸੀਂ ਕਾਰਪੋਰੇਟ ਨੂੰ ਸਾਰਾ ਕੁਝ ਸੰਭਾਲ ਰਹੇ ਹੋ। ਇਹ ਸ਼ੁਰੂ ਤੋਂ ਲੈ ਕੇ ਇੱਕ ਡਿਜ਼ਾਈਨ ਚੱਲ ਰਿਹਾ, ਪਰ ਇਹਨਾਂ ਨੇ ਜ਼ਿਆਦਾ ਕੁੱਡਰ ਤਰੀਕੇ ਦੇ ਨਾਲ ਸਾਹਮਣੇ ਆ ਰਹੇ ਨੇ। ਇਹ ਗੱਲ ਸੱਚਾਈ ਹੈ। ਜੇ ਸਰਕਾਰ ਨਹੀਂ ਹੈ ਤੇ ਜਦ ਦੇਸ਼ ਦੇ ਵਿੱਚ ਇੱਕ ਨਿਰਪੱਖਤਾ ਨਾਲ ਕਾਨੂੰਨ ਲਾਗੂ ਕੀਤਾ ਜਾਂਦਾ ਹੋਵੇ, ਤਾਂ ਜਿਹੜੇ ਪੈਂਡਿੰਗ ਸੁਪਰੀਮ ਕੋਰਟ ਦੇ ਵਿੱਚ ਕੇਸ ਪਏ ਨੇ, ਜਿਹੜੇ ਸੰਵਿਧਾਨ ਨੂੰ ਚੁਣੌਤੀ ਦੇਣ ਵਾਲੇ ਪਏ ਨੇ, ਜਿਹੜੇ ਕਾਨੂੰਨਾਂ ਦੇ ਮਾਮਲੇ 'ਚ ਇਹ ਹੈ ਨਾ ਕਿ ਇਹਨਾਂ ਨੇ ਸੰਵਿਧਾਨ ਦੀ ਅਵਗਿਆ ਕੀਤੀ ਹੈ, ਤਾਂ ਸੁਪਰੀਮ ਕੋਰਟ ਨੂੰ ਵੀ ਉਹ ਟਾਈਮ ਬਾਉਂਡ ਮੈਨਰ ਦੇ ਵਿੱਚ ਉਹਨਾਂ ਦਾ ਸੋਲੂਸ਼ਨ ਕਰਨਾ ਚਾਹੀਦਾ, ਉਹਨਾਂ ਦਾ ਹੱਲ ਕਰਨਾ ਚਾਹੀਦਾ। ਕਿਉਂਕਿ ਸਾਡੇ ਅਸਲ ਦੇ ਵਿੱਚ ਸੰਵਿਧਾਨ ਘੜਨੀ ਸਭਾ ਸੀ ਜਾਂ ਜਿਹੜਾ ਸੰਵਿਧਾਨ ਬਣਿਆ ਸੀ, ਉਹਨਾਂ ਨੇ ਚੈੱਕ ਐਂਡ ਬੈਲੈਂਸ ਇਸੇ ਲਈ ਕੀਤੇ ਸੀ ਕਿ ਜੇ ਵਿਧਾਨ ਪਾਲਿਕਾ ਕਾਨੂੰਨ ਬਣਾ ਸਕਦੀ ਹੈ, ਜੇ ਉਹਨੂੰ ਤਾਕਤ ਹੈ ਨਹੀਂ ਕਿ ਉਹ ਸੰਵਿਧਾਨ ਦੇ ਉਲਟ ਬਣਾ ਦੇ, ਜੇ ਉਹ ਸੰਵਿਧਾਨ ਦੇ ਉਲਟ ਬਣਾਉਂਦੀ ਹੈ ਤਾਂ ਸੁਪਰੀਮ ਕੋਰਟ ਸੰਵਿਧਾਨ ਦੀ ਵਿਆਖਿਆ ਕਰਨ ਵਾਲੀ ਹੈ, ਤਾਂ ਸੁਪਰੀਮ ਕੋਰਟ ਉਹਨੂੰ ਰੱਦ ਕਰ ਸਕਦੀ ਹੈ। ਪਹਿਲਾਂ ਕਈ ਕਾਨੂੰਨ ਰੱਦ ਹੁੰਦੇ ਵੀ ਆਏ ਨੇ, ਐਸੀ ਤਾਂ ਕੋਈ ਗੱਲ ਨਹੀਂ ਹੈ। ਤੇ ਜੇਕਰ ਉਹਨਾਂ ਤੋਂ ਵੀ ਕੋਈ ਗਲਤ, ਜੇ ਸੁਪਰੀਮ ਕੋਰਟ ਤੋਂ ਕੋਈ ਜੱਜ ਜਾਣਬੁੱਝ ਕੇ ਗਲਤ ਕਰਦਾ
ਤਾਂ ਮਹਾਦੋਸ਼ ਦਾ ਮੁਕੱਦਮਾ ਪਾਰਲੀਮੈਂਟ ਲਾ ਸਕਦੀ ਹੈ ਤੇ ਉਹਨੂੰ ਹਟਾਇਆ ਜਾ ਸਕਦਾ ਹੈ। ਔਰ ਇਸੇ ਤਰ੍ਹਾਂ ਐਗਜੈਕਟਿਵ ਹੈ, ਐਗਜੈਕਟਿਵ ਗਲਤ ਕਰਦੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਤੋਂ ਸਵਾਲ ਪੁੱਛੇ ਜਾ ਸਕਦੇ ਨੇ, ਉਹਨਾਂ ਤੋਂ ਮਤਲਬ ਉਹਨਾਂ ਦੇ ਖਿਲਾਫ ਭੁਗਤਿਆ ਜਾ ਸਕਦਾ ਹੈ। ਔਰ ਇਹ ਸਾਰੇ ਚੈੱਕ ਐਂਡ ਬੈਲੈਂਸ ਖਤਮ ਹੋ ਕੇ ਹੁਣ ਜੇ ਇੱਕ ਡਿਕਟੇਟਰਾਨਾ ਰੂਪ ਦੇ ਵਿੱਚ ਕੋਈ ਇੱਕ ਗਵਰਨਮੈਂਟ ਬੈਠਦੀ ਹੈ ਤਾਂ ਇਹਦਾ ਮਤਲਬ ਡੈਮੋਕ੍ਰੇਸੀ ਸੁੰਗੜ ਰਹੀ ਹੈ, ਡੈਮੋਕ੍ਰੇਸੀ ਵੱਧ ਫੁੱਲ ਨਹੀਂ ਰਹੀ। ਡੈਮੋਕ੍ਰੇਸੀ ਵੱਧਦੀ ਹੁੰਦੀ ਹੈ ਤਾਕਤਾਂ ਦੇ ਵਿਕੇਂਦਰੀਕਰਨ ਦੇ ਨਾਲ ਤੇ ਬਾਕੀ ਨਾਲ। ਬਿਨਾਂ ਸ਼ੱਕ ਜੰਮੂ ਕਸ਼ਮੀਰ ਤੋੜਨ ਦਾ ਮਾਮਲਾ, ਬਿਨਾਂ ਸ਼ੱਕ ਨਾਗਰਿਕ ਸੋਧ ਬਿੱਲ ਦਾ ਮਾਮਲਾ, ਇਲੈਕਸ਼ਨ ਬੌਂਡ ਦਾ ਮਾਮਲਾ, ਇਲੈਕਟ੍ਰੋਨਿਕ ਬੌਂਡ ਦਾ ਮਾਮਲਾ, ਜਿੰਨੇ ਵੀ ਮਾਮਲਿਆਂ ਤੇ ਲੋਕ ਇਹ ਕਹਿੰਦੇ ਨੇ ਕਿ ਇਹ ਸੰਵਿਧਾਨ ਦੇ ਫਿੱਟ ਨਹੀਂ ਹੈ, ਇਹਨਾਂ ਦਾ ਸਮੁੱਚਤਾ 'ਚ ਫੈਸਲਾ ਹੋਣਾ ਚਾਹੀਦਾ ਹੈ। ਔਰ ਕਿਉਂਕਿ ਸਭ ਵਰਗਾਂ ਨੂੰ ਤੁਸੀਂ ਜ਼ਬਰਦਸਤੀ ਕਿੰਨਾ ਚਿਰ ਇਕੱਠਾ, ਜ਼ਬਰਦਸਤੀ ਤਾਂ ਇੱਥੇ ਅੰਗਰੇਜ਼ ਜਿਨ੍ਹਾਂ ਦਾ ਸੂਰਜ ਨਹੀਂ ਸੀ ਛਿਪਦਾ ਉਹ ਵੀ ਚਲੇ ਹੀ ਗਏ। ਔਰੰਗਜ਼ੇਬ ਸੀ ਜ਼ਬਰਦਸਤੀ, ਉਹਦੇ ਖਿਲਾਫ ਵੀ ਕਿੰਨੀਆਂ ਲੜਾਈਆਂ ਹੋਈਆਂ ਤੇ ਉਹ ਵੀ ਨਹੀਂ ਰਹੇ। ਰਾਜ ਸਦਾ ਥੋੜ੍ਹੀ ਰਹਿੰਦੇ ਨੇ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸਿਕੰਦਰ ਦੁਨੀਆ ਜਿੱਤਣ ਆਇਆ ਸੀ, ਉਹ ਵੀ ਪੰਜਾਬ ਦੀ ਧਰਤੀ ਤੋਂ ਵਾਪਸ ਮੁੜ ਗਿਆ ਆ ਕੇ। ਤੇ ਇਹ ਠੀਕ ਹੈ ਕਿ ਕੁਝ ਦੇਰ ਇੱਕ ਪੀੜ੍ਹੀਆਂ ਤੰਗ ਰਹਿਣਗੀਆਂ, ਤਸੀਹੇ ਝੱਲਣਗੀਆਂ, ਜੇਲ੍ਹਾਂ 'ਚ ਰਹਿਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਕਿ ਹੁਕਮ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ। ਤਾਕਤ ਤਾਜ ਪਲਟਦੇ ਵੀ ਨੇ ਤੇ ਉਸੇ ਤਰੀਕੇ ਨਾਲ ਜਾਂਦੇ ਵੀ ਨੇ। ਪਰ ਡੈਮੋਕ੍ਰੇਸੀ 'ਚ ਜਿਹੜੀ ਇਹ ਰਿਪਲੇਸਮੈਂਟ ਹੈ ਇਹਨੂੰ ਸਮੂਥਲੀ ਤਰੀਕੇ ਨਾਲ ਮੰਨਿਆ ਜਾਂਦਾ। ਇਹਦੇ 'ਚ ਉਹ ਬਲੱਡ ਸ਼ੈਡ ਵਾਲੀਆਂ ਤਰੀਕੇ ਜਿਹੜੇ ਖਤਮ ਹੋ ਗਏ ਨੇ। ਸ਼ਾਇਦ ਇਸੇ ਕਰਕੇ ਇਹ ਅੰਦੋਲਨ ਇਸ ਜਮਹੂਰੀਅਤ ਨੂੰ ਦਾ ਦਾਇਰਾ ਹੋਰ ਵਧਾਉਣ ਦੇ ਵਿੱਚ ਸਹਾਈ ਹੋ ਰਿਹਾ। ਬਲਕਿ ਸਰਕਾਰਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਲੋਕ ਕਿੰਨੇ ਪੀਸਫੁਲ ਤਰੀਕੇ ਨਾਲ ਆਪਣੀ ਮੰਗ ਤੇ ਅੜੇ ਰਹਿ ਸਕਦੇ ਨੇ, ਆਪਣੀ ਮੰਗ ਨੂੰ ਬਾਦਲੀਲ ਤਰੀਕੇ ਦੇ ਨਾਲ ਸਰਕਾਰ ਦੇ ਸਾਹਮਣੇ ਰੱਖ ਸਕਦੇ ਨੇ। ਔਰ ਜੇ ਨਾ ਮੰਨੇ ਤਾਂ ਇੰਡੀਪੈਂਡੈਂਟ ਤੌਰ ਤੇ ਆਪਣੀ ਹਸਤੀ ਦੇ ਤੌਰ ਤੇ ਸਰਕਾਰ ਤੋਂ ਮਨਵਾ ਵੀ ਸਕਦੇ ਨੇ। ਇਹੋ ਜਿਹੀਆਂ ਗੱਲਾਂ ਦੇ ਉੱਤੇ ਸਗੋਂ ਖੁਸ਼ ਹੋਣ ਦੀ ਲੋੜ ਹੁੰਦੀ ਹੈ, ਇਹਦੇ ਤੋਂ ਚਿੜਨ ਦੀ ਲੋੜ ਨਹੀਂ ਹੁੰਦੀ। 5 ਸਾਲ ਬਾਅਦ ਮੌਕੇ ਆਉਂਦੇ ਨੇ ਬਾਰ-ਬਾਰ, ਤੇ ਜਿਹੜਾ ਸਥਾਈ ਤੌਰ ਤੇ ਪੱਕਾ ਨਾਂ ਲਿਖਣ ਵਾਲੀ ਗਾਰੰਟੀ ਹੁੰਦੀ ਹੈ ਨਾ, ਸਾਰੇ ਦੇਸ਼ਾਂ 'ਚ ਹੀ ਪਤਾ ਨਹੀਂ ਇਹ ਕਿ ਇੱਕ ਉਲਟੀ ਗੰਗਾ ਹੀ ਚੱਲ ਰਹੀ ਹੈ ਕਿਸੇ ਨਾ ਕਿਸੇ ਰੂਪ 'ਚ। ਚਾਈਨਾ ਵਾਲੇ ਨੇ ਸਾਰੀ ਉਮਰ ਆਪਣੇ ਨਾਂ ਲਿਖਾ ਲਈ, ਪੁਤਨ ਆਪਣੇ ਨਾਂ ਲਿਖਾਉਣ ਨੂੰ ਫਿਰਦਾ, ਟਰੰਪ ਹਟਣ ਨੂੰ ਤਿਆਰ ਨਹੀਂ ਸੀ। ਸਾਰੇ ਕਿਤੇ ਇਹ ਹੋ ਰਿਹਾ। ਪਰ ਬੜੇ ਲੋਕਾਂ ਨੇ ਆਫਟਰ ਆਲ ਡੈਮੋਕ੍ਰੇਸੀ ਪਹਿਲਾਂ ਵਾਲੇ ਤਾਨਾਸ਼ਾਹਾਂ ਦੇ ਖਿਲਾਫ ਲੜ ਕੇ ਹੀ ਲਿਆਂਦੀ ਸੀ ਨਾ। ਹੁਣ ਬਾਰ-ਬਾਰ ਤੁਸੀਂ ਉਧਰ ਕਿਉਂ ਜਾ ਰਹੇ ਹੋ? ਕੋਈ ਤਾਂ ਅਗਵਾਈ ਕਰੋ। ਦੇਸ਼ ਕੇ ਹਿੰਦੁਸਤਾਨ ਕਹਿੰਦਾ ਮੈਂ ਵਿਸ਼ਵ ਗੁਰੂ ਬਣੂੰਗਾ। ਵਿਸ਼ਵ ਗੁਰੂ ਕੋਈ ਉਲਟੀ ਗੱਲ ਕਰੋ ਨਾ ਉਹਨਾਂ ਤੋਂ। ਜੇ ਵਿਸ਼ਵ ਗੁਰੂ ਐਂ ਬਣੇਗਾ ਕਿ ਤੁਹਾਡੇ ਕੋਲ ਵੀ ਐਂ ਤਾਕਤ ਹਰ ਸਮੇਂ ਸਦਾ ਲਈ ਗੱਦੀ ਲਈ ਲੜ ਰਹੇ ਹੋ, ਉਹ ਵੀ ਸਦਾ ਲਈ ਗੱਦੀ ਲੜ ਰਹੇ ਨੇ, ਤਾਂ ਵਿਸ਼ਵ ਗੁਰੂ ਕਾਹਦੇ 'ਚ ਹੈ? ਗਿਆਨ 'ਚ ਬਣੋ, ਜਮਹੂਰੀਅਤ 'ਚ ਬਣੋ, ਲੋਕਾਂ ਦੀਆਂ ਸਹੂਲਤਾਂ 'ਚ ਬਣੋ, ਤੇ ਡਾਇਵਰਸਿਟੀ ਨੂੰ ਕੁਦਰਤ ਦੇ ਨਾਲ ਇਕਸੁਰਤਾ ਦੇ ਵਿੱਚ ਬਣੋ। ਦੁਨੀਆ ਦੇ ਵਿੱਚ ਇਹੋ ਜਿਹੀ ਖੁਸ਼ਹਾਲੀ ਦਾ ਇੱਕ ਸਬੱਬ ਬਣੋ ਜਿਹਦੇ 'ਚ ਦੇਖ ਕੇ ਲੋਕ ਇਹ ਕਹਿਣ ਇਹੋ ਜਿਹਾ ਬਣਨ ਦੀ ਲੋੜ ਹੈ। ਤਾਂ ਹੀ ਤੁਸੀਂ ਵਿਸ਼ਵ ਗੁਰੂ ਬਣਦੇ। ਨਹੀਂ ਤਾਂ ਵਿਸ਼ਵ ਗੁਰੂ ਦੇ ਸਲੋਗਨ ਠੀਕ ਹੈ, ਲੋਕਾਂ ਨੂੰ ਮਾਰ ਕੇ ਤੇ ਤੁਸੀਂ ਗੁਲਾਮੀ ਵਾਲੀ ਜੀਵਨ ਦਿਓਗੇ, ਇਹ ਤਾਂ ਨਹੀਂ ਕੋਈ ਗੁਰੂ ਵਾਲਾ ਕੰਮ ਹੁੰਦਾ। ਮੈਂ ਨਾ ਗੱਲਾਂ ਕਿੰਨੀਆਂ ਕਰਨੀਆਂ ਸੀ, ਆ ਜਿਹੜੀ ਆਖਰੀ ਟਿੱਪਣੀਆਂ ਸੀ ਤੁਹਾਡੀਆਂ ਨਾ, ਮੈਨੂੰ ਲੱਗਾ ਕਿ ਇਹ ਇੱਕ ਠਹਿਰਾਅ ਵਾਲੀ ਸਥਿਤੀ ਆ। ਇੱਥੇ ਖੜ ਕੇ ਪਹਿਲਾਂ ਕੀਤੀਆਂ ਹੋਈਆਂ ਗੱਲਾਂ ਨੂੰ ਸੋਚਣ ਦੀ ਜ਼ਰੂਰਤ ਆ, ਉਹਨਾਂ ਨੂੰ ਵਿਚਾਰਨ ਦੀ ਜ਼ਰੂਰਤ ਆ, ਉਹਨਾਂ ਦੇ ਉੱਤੇ ਜਿਹੜਾ ਚੱਲਣ ਦੀ ਜ਼ਰੂਰਤ ਹੈ, ਤੇ ਫਿਰ ਬਹੁਤ ਕੁਝ ਹੁੰਦਾ ਵਾਪਰਦਾ ਜਿਹੜਾ ਉਹ ਨਜ਼ਰ ਆ ਸਕਦਾ। ਔਰ ਜਿਹੜੀ ਗੱਲ ਤੁਸੀਂ ਕੀਤੀ ਕਿ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖਣੀ ਚਾਹੀਦੀ ਆ, ਉਹਨਾਂ ਦਾ ਆਤਮ ਵਿਸ਼ਵਾਸ ਦੇਖਣਾ ਚਾਹੀਦਾ, ਉਹਨਾਂ ਦਾ ਜਾਗਦਾ ਸਿਰ ਦੇਖਣਾ ਚਾਹੀਦਾ। ਪਰ ਸਾਡੀਆਂ ਸਰਕਾਰਾਂ ਦੀ ਸਮੱਸਿਆ ਇਹ ਹੈ ਕਿ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖਣ ਦੀ ਬਜਾਏ ਉਹਨਾਂ ਨੂੰ ਖੁਸ਼ੀ ਇਸ ਗੱਲ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਮਾਯੂਸੀ ਨਜ਼ਰ ਆਵੇ, ਬੇਚਾਰਗੀ ਨਜ਼ਰ ਆਵੇ, ਤੇ ਉਸ ਬੇਚਾਰਗੀ ਦੇ ਵਿੱਚੋਂ ਲੋਕ ਇਹਨਾਂ ਸਰਕਾਰਾਂ ਦੇ ਅੱਗੇ ਹੱਥ ਅੱਡਦੇ ਨਜ਼ਰ ਆਉਣ, ਤੇ ਇਹ ਥੋੜ੍ਹਾ ਜਿਹਾ ਦੇਣ, ਬਹੁਤਾ ਸੁਣਾਉਣ, ਤੇ ਉਹ ਬਹੁਤਾ ਸੁਣਾ ਕੇ 5 ਸਾਲ ਬਾਅਦ ਫਿਰ ਇਹਨਾਂ ਦੀ ਵੋਟ ਆਪਣੇ ਪੱਖ ਦੇ ਵਿੱਚ ਭੁਗਤਾ ਲੈਣ। ਇਹ ਸਾਡੀਆਂ ਸਰਕਾਰਾਂ ਦੀ ਆਦਤ, ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਹਮੇਸ਼ਾ ਰਹੀ ਹੈ। ਇਹ ਸਾਡੀ ਸਿਆਸਤ ਦਾ ਰੂਪ ਸਰੂਪ ਬਣ ਚੁੱਕਾ ਆ। ਪਰ ਅੰਦੋਲਨ ਇਤਿਹਾਸਕ ਹੈ, ਇੱਕ ਵਾਰ ਫਿਰ ਦੁਹਰਾਉਂਦੇ ਹਾਂ, ਫਿਰ ਉਹੀ ਚੀਜ਼ਾਂ ਹੁੰਦੀਆਂ ਵਾਪਰਦੀਆਂ ਜਿਹੜੀਆਂ ਨਜ਼ਰ ਆਉਣਗੀਆਂ ਜਿੱਦਾਂ 26 ਜਨਵਰੀ ਤੋਂ ਪਹਿਲਾਂ ਹੋ ਵਾਪਰ ਰਹੀਆਂ ਸੀਗੀਆਂ। ਇਸ ਗੱਲ ਦੀ ਉਮੀਦ ਅਸੀਂ ਅਜੇ ਵੀ ਰੱਖਦੇ ਹਾਂ, ਔਰ ਇਸ ਗੱਲ ਦੀ ਵੀ ਉਮੀਦ ਰੱਖਦੇ ਹਾਂ ਕਿ ਸੱਚੀਓ ਸਰਕਾਰ ਵੀ ਇਸ ਅੰਦੋਲਨ ਦੀ ਪਾਕੀਜ਼ਗੀ, ਲੋਕਾਂ ਦੇ ਜਿਹੜੇ ਅਹਿਸਾਸ ਨੇ ਉਹਨਾਂ ਦਾ ਅਹਿਸਾਸ ਕਰਦਿਆਂ ਹੋਇਆਂ, ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਹੋਇਆਂ ਉਸ ਪਾਸੇ ਵੱਲ ਕਦਮ ਵਧਾਉਂਦੀ ਜ਼ਰੂਰ ਨਜ਼ਰ ਆਏਗੀ। ਹਮੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਮੇਰਾ ਖਿਆਲ ਹੈ ਕਿ ਬੜੀ ਭਾਵਪੂਰਤ ਜੀ ਗੱਲ ਹੋਈ ਆ, ਔਰ ਨੁਕਤਾ ਬਾ ਨੁਕਤਾ ਜਿਹੜੀ ਆ ਉਹ ਗੱਲਬਾਤ ਹੋਈ ਆ, ਔਰ ਇਹ ਨੁਕਤੇ ਜਿਹੜੇ ਉਠਾਏ ਜਾਣੇ ਤੇ ਉਹਨਾਂ ਤੇ ਚਰਚਾ ਹੋਣੀ ਬੇਹੱਦ ਲਾਜ਼ਮੀ ਸੀ। ਤੇ ਅੱਜ ਤੁਹਾਡੇ ਜਵਾਬਾਂ ਦੇ ਵਿੱਚੋਂ ਉਹ ਚਰਚਾ, ਚਿੰਤਨ, ਸਾਰਾ ਕੁਝ ਹੁੰਦਾ ਜਿਹੜਾ ਉਹ ਨਜ਼ਰ ਆਇਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਇਜਾਜ਼ਤ ਦਿਓ, ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ ਵੀ ਇਜਾਜ਼ਤ ਦਿਓ, ਜਿਹੜਾ ਕੈਮਰੇ ਦੀ ਨਜ਼ਰ ਦੇ ਨਾਲ ਇਹ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ
ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।